ਸਤਿ ਸ੍ਰੀ ਅਕਾਲ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਲੋਕ ਰਾਣੀ ਚੈਨਲ ਪੰਜਾਬੀ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਸਿਆਸੀ ਮਾਹਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਦੇ ਉੱਤੇ। ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੱਧੂ ਦੀ ਦਸਤਕ ਜਿਹੜੀ ਹੈ ਉਹ ਐਜ਼ ਏ ਪ੍ਰਧਾਨ ਪੰਜਾਬ ਕਾਂਗਰਸ ਦਾ ਹੋਣ ਤੋਂ ਬਾਅਦ ਮੁੱਦੇ ਹੁਣ ਉੱਭਰ ਕੇ ਸਾਹਮਣੇ ਆ ਰਹੇ ਨੇ। ਉਹਨਾਂ ਮੁੱਦਿਆਂ ਦੇ ਹੱਲ ਦੀ ਵੀ ਗੱਲ ਹੋ ਰਹੀ ਹੈ। ਬਿਜਲੀ ਸਮਝੌਤਿਆਂ ਦੀ ਗੱਲ ਅੱਗੇ ਤੁਰੀ ਹੈ ਕਿ ਇਹਨਾਂ ਨੂੰ ਹੁਣ ਰੱਦ ਕਿਸ ਤਰ੍ਹਾਂ ਕਰਨਾ ਹੈ। ਇਹਦੇ ਵਿਚਾਲੇ ਸੁਝਾਅ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਵੀ ਦੇ ਰਹੇ ਨੇ, ਤਾਂ ਹੋਰ ਵੀ ਬਹੁਤ ਜਿਹੜਾ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਇੱਕ ਜਿਹੜਾ ਪੰਜਾਬ 'ਚ ਨਾਜਾਇਜ਼ ਬੱਸਾਂ ਕਹਿ ਲਓ ਕਿ ਬਿਨਾਂ ਪਰਮਿਟ ਦੇ ਚੱਲਦੀਆਂ ਸੀ, ਉਹਨਾਂ ਤੇ ਕਾਰਵਾਈ ਹੋਈ ਹੈ। ਵਿੱਚ ਬਾਦਲਾਂ ਦੀਆਂ ਬੱਸਾਂ ਦਾ ਨਾਮ ਵੀ ਸ਼ਾਮਲ ਹੈ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਇਹਦੇ ਨਾਲ ਅਗਲੀ ਖਬਰ ਹੋਏਗੀ ਕਿਸਾਨਾਂ ਦੇ ਨਾਲ ਜੁੜੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਭਾਰਤ ਆਏ ਹੋਏ ਨੇ। ਉਹਨਾਂ ਨੇ ਵੀ ਜਿਹੜੇ ਲੋਕ ਆਵਾਜ਼ ਦੀ ਗੱਲ ਕੀਤੀ ਹੈ ਕਿ ਉਹਨੂੰ ਦਬਾਇਆ ਨਹੀਂ ਜਾਣਾ ਚਾਹੀਦਾ। ਇਹਦੇ ਵਿਚਾਲੇ ਉਹਨਾਂ ਦੇ ਅੱਗੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਕਿਸਾਨੀ ਮਸਲੇ ਜਿਹੜੇ ਉੱਭਰਨੇ ਚਾਹੀਦੇ ਨੇ। ਜਮਹੂਰੀਅਤ ਦੀ ਤਾਕਤ, ਲੋਕਤੰਤਰ ਦੀ ਤਾਕਤ, ਉਹਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ। ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਅਸੀਂ ਹੋਰ ਖਬਰਾਂ ਵੀ ਨਾਲੋਂ ਨਾਲ ਲਵਾਂਗੇ, ਜਿਵੇਂ ਨਵਜੋਤ ਸਿੱਧੂ ਦੀ ਜਿਹੜੀ ਸੀਟ ਆ ਅੰਮ੍ਰਿਤਸਰ ਦੇ ਵਿੱਚ, ਜਿੱਥੋਂ ਵਿਧਾਇਕ ਨੇ, ਉਸ ਉੱਤੇ ਜਿਹੜੀ ਕੈਪਟਨ ਧੜਾ ਜਿਹੜਾ ਉਹ ਕਾਫੀ ਸਰਗਰਮ ਹੋ ਚੁੱਕਿਆ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਲੋਕ ਰੰਗ ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ ਬਿਜਲੀ ਸਮਝੌਤਿਆਂ ਦੀ ਗੱਲ ਹੁਣ ਅੱਗੇ ਤੁਰੀ ਹੈ ਕਿ ਇਹਨਾਂ ਨੂੰ ਰੱਦ ਕਰਨਾ ਹੈ ਤੇ ਕਿਵੇਂ ਕਰਨਾ ਹੈ? ਕੈਪਟਨ ਸਾਹਿਬ ਜਿਹੜੇ ਇਹਦੇ ਉੱਤੇ ਹੁਣ ਅੱਗੋਂ ਜਿਹੜੀ ਕਾਰਵਾਈ ਦੀ ਗੱਲ ਕਹਿ ਰਹੇ ਨੇ, ਨਵਜੋਤ ਸਿੱਧੂ ਨੇ ਜੋ ਕੁਝ ਕਿਹਾ ਸੀ, ਕੀ ਲੱਗਦਾ ਹੈ ਕਿ ਇਹ ਰੱਦ ਹੋ ਜਾਣਗੇ ਜਾਂ ਫਿਰ ਇੱਕ ਸੋਚਾ ਹੀ ਕਹਿ ਸਕਦੇ ਹਾਂ ਕਿ ਅੱਗੇ ਚੋਣਾਂ ਆ ਰਹੀਆਂ ਉਦੋਂ ਪਹਿਲਾਂ ਪਹਿਲਾਂ ਲੋਕਾਂ ਦੇ ਮਨ 'ਚ ਭਰਮ ਪਾ ਦਈਏ ਕਿ ਅਸੀਂ ਇਹਨਾਂ ਨੂੰ ਰੱਦ ਕਰ ਦੇਣਾ, ਕਿਉਂਕਿ ਇੰਨਾ ਸੌਖਾ ਤਾਂ ਲੱਗਦਾ ਨਹੀਂ। ਸੁਖਵਿੰਦਰ ਜੀ, ਜਿੱਦਾਂ ਸਵਾਲ ਦੇ ਵਿੱਚ ਹੀ ਜਵਾਬ ਵੀ ਤੁਹਾਡਾ ਛੁਪਿਆ ਹੀ ਹੋਇਆ। ਜਿੱਦਾਂ ਤੁਹਾਡਾ ਸਵਾਲ ਰਿਹਾ ਤਾਂ ਉਹਦੇ ਵਿੱਚ ਆਪਾਂ ਕਹਿ ਲਓ ਕਿ ਜਿਹੜਾ ਪਹਿਲਾਂ ਤੋਂ ਦੋਸ਼ ਵੀ ਲੱਗਦੇ ਆ ਰਹੇ ਨੇ, ਜਿੱਦਾਂ ਸੋਸ਼ਲ ਮੀਡੀਆ ਤੇ ਵੀ ਹੁਣ ਤਾਂ ਕਾਫੀ ਚਰਚਾਵਾਂ ਵੀ ਹੋ ਗਈਆਂ। ਪਹਿਲਾਂ ਆਪਾਂ ਵੀ ਗੱਲ ਕਰਦੇ ਹੁੰਦੇ ਸੀ ਕਿ ਜਿਹੜਾ ਸਕ੍ਰਿਪਟਡ ਚੀਜ਼ ਹੁੰਦੀ ਹੈ ਨਾ, ਉਹ ਇਦਾਂ ਦੀ ਹੁੰਦੀ ਹੈ। ਪਤਾ ਹੈ ਕਿ ਸਮਾਂ ਬਹੁਤ ਥੋੜਾ ਹੈ, ਵਿਧਾਨ ਸਭਾ ਚੋਣਾਂ ਆਣੀਆਂ ਨੇ ਅੱਗੇ ਪੰਜਾਬ ਦੇ ਵਿੱਚ, ਤੇ ਜਿਹੜਾ ਆਪਾਂ ਕਹਿ ਲਓ ਕਿ ਕੋਡ ਆਫ ਕੰਡਕਟ ਲੱਗ ਜਾਂਦਾ ਹੈ, ਤੇ ਉਹਦੇ ਉਹਦੇ ਤਹਿਤ ਇਹ ਕਾਰਵਾਈਆਂ ਹੁਣ ਅੰਜਾਮ ਦੇਣਾ ਇਹਨਾਂ ਨੂੰ ਕਿਤੇ ਨਾ ਕਿਤੇ ਤਾਂ ਰਾਹ ਖੋਲ ਦਿੰਦੇ ਆ ਨਾ ਇਹ ਕੰਪਨੀਆਂ ਦਾ, ਜਾਂ ਜਿਹੜੇ ਪੰਜਾਬ ਨਾਲ ਏਦਾਂ ਕੋਈ ਸਮਝੌਤੇ ਕਰੀ ਬੈਠੇ ਆ, ਜਾਂ ਜਿਹੜਾ ਕੋ ਪੰਜਾਬ ਨੂੰ ਖਾ ਰਿਹਾ, ਲੁੱਟ ਕੇ ਖਾ ਰਿਹਾ, ਜਾਂ ਪੰਜਾਬ ਦੀ ਸੰਘੀ ਨੱਪ ਰਿਹਾ, ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਰਿਹਾ, ਉਹਨਾਂ ਨੂੰ ਕਿਤੇ ਨਾ ਕਿਤੇ ਰਾਹ ਦੇਣਾ ਹੀ ਹੁੰਦਾ। ਪਹਿਲੀ ਤਾਂ ਗੱਲ ਇਹ ਹੈ ਕਿ ਬਿਜਲੀ ਸਮਝੌਤੇ ਹੋਏ ਤਾਂ ਉਹ ਕਿਹਨਾਂ ਨੇ ਕੀਤੇ? ਅਕਾਲੀ ਦਲ ਦਾ ਨਾਮ ਆ ਗਿਆ। ਅਕਾਲੀ ਦਲ ਨੇ ਕੀ ਸੋਚ ਕੇ ਕੀਤੇ? ਜੇ ਕਾਂਗਰਸ ਦੀ ਸਰਕਾਰ ਆਈ ਸੀ ਤੇ ਉਹਨਾਂ ਨੇ ਪਹਿਲਾਂ ਵਾਅਦਾ ਵੀ ਕੀਤਾ ਸੀਗਾ, ਤੇ ਅਕਾਲੀ ਦਲ ਨੂੰ ਜਵਾਬਦੇਹੀ ਮੰਗਦੇ, ਇਹਨਾਂ ਨੂੰ ਜਵਾਬਦੇਹ ਬਣਾਉਂਦੇ ਉਹਨਾਂ ਨੂੰ ਕਿ ਕਿੱਥੇ ਤੁਸੀਂ ਦੱਸੋ ਵੀ ਕੀ ਸੋਚ ਕੇ ਕੀਤਾ। ਉਦੋਂ ਸ਼ੁਰੂ ਹੋਣੀ ਸੀ ਗੱਲ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ ਸੀ। ਉਦੋਂ ਤਾਂ ਸਾਰੇ ਚੁੱਪ ਧਾਰੀ ਬੈਠੇ ਰਹੇ। ਹੁਣ 4.5 ਸਾਲ ਬੀਤਣ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਕਿ ਹੁਣ ਮਿਲੀ ਭੁਗਤ ਕਿਹਦੀ ਕਹੀ ਜਾਵੇ? ਮਿਲੀ ਭੁਗਤ ਇਕੱਲੇ ਇੱਕ ਦੀ ਮਿਲੀ ਭੁਗਤ ਥੋੜੀ ਹੁੰਦੀ ਹੈ। ਜਦੋਂ ਜੇ ਸਾਰੇ ਬੋਲਦੇ ਇਕੱਠੇ ਹੋ ਕੇ, ਅੱਜ ਵੀ ਤਾਂ ਬੋਲਣ ਲੱਗੇ, ਅੱਜ ਤੁਸੀਂ ਦਬਾਅ ਬਣਾਉਣ ਲੱਗ ਗਏ, ਅੱਜ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਲੱਗ ਗਏ ਕਿ ਅਸੀਂ ਪੰਜਾਬ ਦੇ ਹਮਦਰਦ ਆ ਸਾਰੇ ਹੀ। ਅੱਜ ਅਕਾਲੀ ਦਲ ਵੀ ਉੱਠ ਕੇ ਕਹਿ ਰਿਹਾ ਕਿ ਬਿਜਲੀ ਸਮਝੌਤੇ ਰੱਦ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਕੀਤੇ ਕਿਉਂ ਸੀ? ਇਹਦਾ ਮਤਲਬ ਤੁਸੀਂ ਇਹ ਮੰਨਣ, ਅਕਾਲੀ ਦਲ ਇਹ ਮੰਨ ਰਿਹਾ ਕਿ ਸਮਝੌਤੇ ਗਲਤ ਹੋਏ ਹੈ, ਤੇ ਜ਼ਿੰਮੇਵਾਰ ਕੌਣ ਆ? ਕਿ ਕਿਹਨੇ ਪੰਜਾਬ ਦਾ ਇੰਨਾ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਖੋਇਆ? ਜਿਹਨੇ ਜਿਹਨੇ ਕਿਤੇ ਪੰਜਾਬ ਦਾ ਕਰਜ਼ਾ ਲਾਉਣਾ ਸੀ, ਜਾਂ ਜਿਹਨੇ ਪੰਜਾਬ ਦੀਆਂ ਕੋਈ ਤਰੱਕੀ ਕਰਨੀ ਸੀ, ਵਿਕਾਸ ਕਰਨਾ ਸੀ, ਜਿਸ ਪੈਸੇ ਨੇ ਉਹ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੇਈ ਗਏ। ਉਹ ਪੈਸੇ ਕੌਣ ਮੋੜੇਗਾ? ਪੰਜਾਬ ਦੇ ਜਿਹੜੇ ਚਲੇ ਗਏ ਦੂਜੀਆਂ ਕੰਪਨੀਆਂ 'ਚ। ਮਤਲਬ ਅਕਾਲੀ ਦਲ ਨੇ ਵੀ ਮੋਹਰ ਲਾਤੀ। ਆਮ ਆਦਮੀ ਕਹਿੰਦੇ ਕਿ ਅਸੀਂ, ਸਾਡੀ ਜਿੱਤ ਹੋਈ ਹੈ ਜੀ, ਜੇ ਇੱਦਾਂ ਦਾ ਆਇਆ। ਨਵਜੋਤ ਸਿੱਧੂ ਖੇਮਾ ਕਹਿੰਦਾ ਕਿ ਸਾਡੀ ਜਿੱਤ ਹੋਈ ਹੈ ਜੀ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਮੇਰੀ ਕਾਰਗੁਜ਼ਾਰੀ ਹੈ, ਮੈਂ ਰੱਦ ਕਰੂੰਗਾ। ਦੂਜੀ ਗੱਲ ਜਿਹੜੀ ਹੁਣ ਹੋਈ ਆ ਕਿ ਕੀ ਕਾਰਵਾਈ ਹੋਊ? ਜਦੋਂ ਪਤਾ ਹੈ ਕੰਪਨੀਆਂ ਨੂੰ ਸਾਨੂੰ ਅਰਬਾਂ ਰੁਪਇਆ ਆ ਰਿਹਾ ਹੈ ਸਾਲਾਨਾ, ਔਰ ਬਿਨਾਂ ਕੁਝ ਦੇ ਲਏ। ਅਸੀਂ ਬਾਉਂਡ ਨਹੀਂ ਹੈਗੇ, ਅਸੀਂ ਆਪਣਾ ਯੂਨਿਟ ਬੰਦ ਕਰ ਸਕਦੇ ਆ, ਅਸੀਂ ਬਿਜਲੀ ਸਪਲਾਈ ਦੇਣ ਦੇ ਪਾਬੰਦ ਨਹੀਂ, ਪੂਰੀ ਦਈਏ ਨਾ ਦਈਏ ਸਾਡੀ ਮਰਜ਼ੀ ਹੈ। ਤੇ ਉਹ ਕਦੋਂ ਕਹਿਣਗੀਆਂ ਕਿ ਸਰਕਾਰ ਨੇ ਕਹਿਤਾ ਤੇ ਅੱਛਾ ਜੀ ਸਤਿ ਸ੍ਰੀ ਅਕਾਲ, ਅਸੀਂ ਬੰਦ ਕਰਕੇ ਚੱਲੇ।
ਕੋਰਟ 'ਚ ਨਹੀਂ ਜਾਣਗੀਆਂ। ਕੋਰਟ 'ਚ ਖੜਨਗੀਆਂ ਤੇ ਕੋਰਟ ਦੇ ਮਸਲੇ ਕੋਰਟ ਹੁਣ ਸਬੂਤ ਭਾਲੂ, ਗੱਲ ਕਰੂ, ਤਰੀਕਾਂ ਪੈਣਗੀਆਂ, ਕਦੋਂ ਕਿੰਨੀ ਜਲਦੀ ਫੈਸਲਾ ਆਉਂਦਾ ਜਾਂ ਨਹੀਂ ਆਉਂਦਾ, ਜਾਂ ਚੋਣਾਂ ਲੰਘ ਜਾਂਦੀਆਂ, ਕਦੋਂ ਆਊਗਾ, ਇਹ ਸਾਰਾ ਕੁਝ ਤਾਂ ਦੇਖਣਾ ਪੈਂਦਾ। ਹੁਣ ਕੋਰਟ ਕਿਤੇ ਐਂ ਤਾਂ ਨਹੀਂ ਹੈਗੀ ਕੋਰਟ ਨੇ ਕਹਿ ਤਾ ਜੀ, ਸਰਕਾਰ ਨੇ ਕਹਿ ਤਾ ਤੇ ਕੋਰਟ ਨੇ ਦੂਜੇ ਦਿਨ ਰੱਦ ਕਰਤੇ, ਐਂ ਹੋ ਜਾਂਦਾ ਕਿ ਇਹਨਾਂ ਨੇ ਜਿਹੜਾ ਇਹ ਕਰਨਾ ਸੀਗਾ, ਕੈਪਟਨ ਅਮਰਿੰਦਰ ਨੇ ਸਰਕਾਰ ਦੂਜੀ ਵਾਰ ਬਣਾਉਣ ਦੇ ਲਈ ਆਹ ਗੱਲ ਕਰਨੀ ਪੈਣੀ ਸੀ, ਇਹਨਾਂ ਨੂੰ ਮਜਬੂਰੀ ਸੀ। ਹੁਣ ਜਿਵੇਂ ਨਵੀਂ ਸਿੱਟ ਬਣਾਤੀ ਜੀ, ਬੇਅਦਬੀ ਮਾਮਲੇ ਦੀ ਗੱਲ ਕਰੀਏ ਜੇ, ਉਹ ਵੀ ਵੱਡਾ ਮੁੱਦਾ ਸੀਗਾ। ਹੁਣ ਉਹਨਾਂ 'ਚ ਉਹਦਾ ਵੀ ਦੇਖ ਲਓ, ਏਦਾਂ ਰੌਲਾ ਪਾ ਕੇ ਲੱਗਣੀ ਤਾਂ ਕਿਸੇ ਕੰਨੇ ਹੈ ਨਹੀਂ ਗੱਲ। ਆਈਂ ਬਿਜਲੀ ਸਮਝੌਤਿਆਂ ਦਾ ਰੌਲਾ ਪਾਤਾ, ਹੁਣ ਬੰਦ ਕਰ ਦਿਓ ਜੀ ਤਲਵੰਡੀ ਸਾਬੋ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਉਹ, ਪਾਵਰ ਲਿਮਟਿਡ ਜਿਹੜਾ ਤਲਵੰਡੀ ਸਾਬੋ ਵਿਦਾਂਤਾ ਕੰਪਨੀ ਕੋਲ, ਉਹਨੂੰ ਬੰਦ ਕਰ ਦਿਓ ਜੀ। ਨਾਲ ਇਹ ਵੀ ਕਿਹਾ ਕਿ ਜੇ ਸਮਝੌਤੇ ਇੱਕ ਪਾਸੜ ਨੇ ਜਿਹੜੇ ਇਹਨਾਂ ਨੂੰ ਜਾਂ ਤਾਂ ਰੱਦ ਕਰ ਦਿਆ ਜਾਵੇ ਜਾਂ ਇਹਨਾਂ ਦੀ ਸਮੀਖਿਆ ਕੀਤੀ ਜਾਵੇ। ਯਾਨੀ ਗੱਲ ਤਾਂ ਸਿੱਧੀ ਹੈ ਕਿ ਢਿੱਲ ਮੱਠ ਜੀ ਤਾਂ ਹੈਗੀ ਹੈ, ਹਾਲੇ ਵੀ ਸਰਕਾਰ ਦੀ ਨੀਅਤ ਤਾਂ ਹਾਲੇ ਵੀ ਸਾਫ਼ ਨਹੀਂ ਦਿਸਦੀ, ਲੇਕਿਨ ਕ੍ਰੈਡਿਟ ਲੈਣ ਨੂੰ ਸਾਰੇ ਖੜੇ ਨੇ। ਹੋਣਾ ਕੁਛ ਨਹੀਂ, ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਸ਼ੁਰੂ 'ਚ ਕਿਹਾ ਕਿ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਆ ਗਿਆ ਤੁਹਾਡਾ, ਕਿ ਇਹਨਾਂ ਨੇ ਜਿਹੜਾ 2022 ਹੈ ਇਹ ਲੰਘਾਉਣਾ ਹੈ। ਇਹ ਸਕ੍ਰਿਪਟਡ ਹੈ ਸਾਰਾ ਕੁਝ ਹੀ, ਕੀ ਲੜਾਈ, ਕੀ ਪੜ੍ਹਾਈ, ਕੀ ਬਿਆਨਬਾਜ਼ੀਆਂ, ਇਹ ਸਾਰਾ ਕੁਝ ਜਿਹੜੇ ਉੱਤੇ ਬੈਠੇ ਨੇ ਰਣਨੀਤੀਕਾਰ, ਉਹਨਾਂ ਨੇ ਅੱਗੇ ਕਿਹਾ ਹੋਇਆ ਕਿ ਇੱਦਾਂ ਦਾ ਤੁਸੀਂ ਮਾਹੌਲ ਕ੍ਰੀਏਟ ਕਰਨਾ ਪੰਜਾਬ 'ਚ ਜੇ ਸਰਕਾਰ ਲਿਆਉਣੀ ਆ। ਤੇ ਉਹ ਚੀਜ਼ਾਂ ਸਾਰਾ ਕੁਝ ਹੋ ਰਿਹਾ, ਸਭ ਕੁਝ ਸਕ੍ਰਿਪਟਡ, ਇੱਕ ਤੈਅ ਕੀਤਾ ਹੋਇਆ ਪਲਾਨ ਚੱਲ ਰਿਹਾ ਕਹਿ ਸਕਦੇ ਹਾਂ ਆਪਾਂ। ਉਹ ਇਹ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਐਂ ਕਹਿ ਸਕਦੇ ਕਿ ਵਿਚਾਰੇ ਭੋਲੇ ਨੇ, ਉਹਨਾਂ ਨੂੰ ਜਿਹੜੇ ਆਮ ਵੋਟਰ ਕਿਹਾ ਜਾ ਸਕਦਾ, ਜਿਹੜੇ ਰਾਜਨੀਤੀ ਦੇ ਵਿੱਚ ਦਾਖਲ ਨਹੀਂ ਹੋਏ, ਜਿਨ੍ਹਾਂ ਨੂੰ ਭੁਲੋ ਲਿਆ ਜਾਂਦਾ ਏਦਾਂ ਦੀ ਗੱਲਾਂ ਕਰਕੇ ਕਿ ਤੁਹਾਡੇ ਲਈ ਆਹ ਹੈ, ਤੁਹਾਡੇ ਲਈ ਆਹ ਹੈ। ਤੜਫਦੇ ਤਾਂ ਹੀ ਨੇ ਨਾ, ਸਿੱਖਿਆ ਕਿਉਂ ਨਹੀਂ ਪੰਜਾਬ ਦੇ ਵਿੱਚ ਪ੍ਰਫੁੱਲਿਤ ਕਰਨ ਦਿੰਦੇ ਇਹ, ਇਸੇ ਕਰਕੇ ਕਿ ਸਿੱਖਿਅਕ ਬੰਦਾ, ਜਾਗਰੂਕ ਬੰਦਾ ਸਵਾਲ ਕਰਦਾ ਤੇ ਜਦੋਂ ਸਵਾਲ ਹੁੰਦੇ ਨੇ ਫਿਰ ਇਹ ਫਸਦੇ ਨੇ। ਇਸੇ ਕਰਕੇ ਲੋਕਾਂ ਨੂੰ ਅਨਪੜ੍ਹ ਔਰ ਸਿੱਖਿਆ ਨੂੰ ਪਿੱਛੇ ਰੱਖਿਆ ਜਾਂਦਾ ਕਿ ਸਿੱਖਿਆ ਲਈ ਨਾ ਤਾਂ ਫੰਡ ਬਹੁਤੇ, ਨਾ ਹੀ ਉਹਨੂੰ ਕੋਈ ਪ੍ਰਫੁੱਲਿਤ ਕਰਨ ਵਾਸਤੇ ਜਾਂ ਉਹਦੇ ਵਿਕਾਸ ਦੇ ਲਈ ਕੋਈ ਕੰਮ ਕਰਨ ਦੀ ਲੋੜ ਹੁੰਦੀ ਹੈ। ਉਹ ਸਿੱਖਿਆ ਮੰਤਰੀ ਜ਼ਰੂਰ ਲਾ ਲਿਆ ਜਾਂਦਾ, ਉਹਨੂੰ ਜ਼ਰੂਰ ਸਹੂਲਤਾਂ ਮਿਲ ਜਾਂਦੀਆਂ ਨੇ, ਕੈਬਨਿਟ 'ਚ ਇੱਕ ਮਿਨਿਸਟਰ ਵੱਧ ਜਾਂਦਾ, ਤੇ ਨਾ ਹੀ ਉਹਦੇ ਲਈ ਕੋਈ ਕਾਰਗੁਜ਼ਾਰੀ ਦੇਖੀ ਜਾਂਦੀ ਹੈ, ਨਾ ਆਊਟਪੁੱਟ ਦੇਖੀ ਜਾਂਦੀ। ਇਹ ਕਾਰਨ ਇਹੀ ਹੈ ਮਤਲਬ ਕਿ ਸਵਾਲ ਨਹੀਂ ਕਰਨ ਜੋਗੇ ਹੁੰਦੇ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਨੇ, ਖਾਸ ਕਰ ਪੰਜਾਬ ਦੇ ਲੋਕ, ਜਿਹੜੇ ਵਿਸ਼ਵਾਸ ਕਰ ਲੈਂਦੇ ਨੇ ਅੰਨਾ, ਤੇ ਉਹ ਫਿਰ ਏਦਾਂ ਉਹਨਾਂ ਨੂੰ ਪਿੱਛੇ ਲਾ ਲਿਆ ਜਾਂਦਾ ਏਦਾਂ ਦੇ ਬਿਆਨਬਾਜ਼ੀਆਂ ਕਰਕੇ। ਜਦੋਂ ਹੋਏਗਾ ਉਦੋਂ ਸ਼ਾਬਾਸ਼ੀ ਹੈ ਜਿਹੜਾ ਕਰ ਗਿਆ, ਇਹ ਵੀ ਨਹੀਂ ਆਪਾਂ ਕਹਿੰਦੇ ਕਿ ਨਹੀਂ, ਕਿਉਂਕਿ ਪੰਜਾਬ ਦੇ ਭਲੇ ਦੀ ਗੱਲ ਆ। ਜਦੋਂ ਇਸ ਤੇ ਇੰਪਲੀਮੈਂਟ ਹੋ ਗਿਆ, ਅਮਲ ਹੋ ਗਿਆ, ਤੁਰੰਤ ਕਾਰਵਾਈ ਹੋਊਗੀ ਕਿ ਬੰਦ ਹੋ ਗਏ ਜੀ, ਰੱਦ ਹੋ ਗਏ ਜੀ, ਉਦੋਂ ਜਿਹਨੇ ਕਰਤੇ ਉਹਦੀ ਸ਼ਾਬਾਸ਼ੀ ਵੀ ਹੈ। ਪੰਜਾਬ ਦੇ ਲੋਕਾਂ ਲਈ ਕੁਛ ਤਾਂ ਸੋਚਿਆ, ਪੰਜਾਬ ਦੇ ਪੈਸੇ ਨੂੰ ਬਾਹਰ ਜਾਣ ਤੋਂ ਰੋਕਿਆ, ਪੰਜਾਬ ਦਾ ਪੈਸਾ ਬਚੇਗਾ ਕਿਤੇ ਨਾ ਕਿਤੇ, ਹੋਰ ਨਵੇਂ ਸਾਧਨ ਉਤਪੰਨ ਕਰਨ ਦੇ, ਬਿਜਲੀ ਪੈਦਾ ਕਰਨ ਦੇ ਨਵੇਂ ਸੋਰਸ ਜਿਹੜੇ ਹੈਗੇ ਆ ਉਹ ਲੱਭੇ ਜਾਣਗੇ। ਪਲਾਨ ਹੋ ਕੋਈ ਨਵਾਂ ਪ੍ਰੋਜੈਕਟ ਹੋ ਸਕਦਾ, ਸਰਕਾਰ ਆਪਦੇ ਤੌਰ ਤੇ ਲਾ ਲਵੇ, ਪੰਜਾਬ 'ਚ ਰੁਜ਼ਗਾਰ ਪੈਦਾ ਹੋ ਜਾਵੇ। ਤਾਂ ਉਹਦੇ ਲਈ ਆਪਾਂ ਕਹਾਂਗੇ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਜਦੋਂ ਹੋ ਗਿਆ ਉਦੋਂ ਸ਼ਾਬਾਸ਼ੀ ਵੀ ਦੇਣੀ ਬਣਦੀ ਹੈ ਫਿਰ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਇੰਪਲੀਮੈਂਟ ਕਰਿਆ ਹੋਊਗਾ, ਕਰਵਾਇਆ ਹੋਊਗਾ ਜੀ। ਬਿਲਕੁਲ। ਪਰ ਇਹਦੇ ਨਾਲ ਜਦੋਂ ਆਪਾਂ ਕਹਿੰਦੇ ਆ ਕਿ ਪਤਾ ਨਹੀਂ ਇਹਨਾਂ ਨੇ ਅਮਲ ਕਰਨਾ ਹੈ ਕਿ ਨਹੀਂ ਕਰਨਾ ਬਿਜਲੀ ਸਮਝੌਤਿਆਂ ਤੇ, ਜਿਹੜੀਆਂ ਬੱਸਾਂ ਨਜਾਇਜ਼ ਪੰਜਾਬ ਦੀਆਂ ਸੜਕਾਂ ਤੇ ਚੱਲਦੀਆਂ ਸੀ, ਉਹਨਾਂ ਦੇ ਕਹਿੰਦੇ ਪਰਮਿਟ ਰੱਦ ਕਰਨ ਵੱਲ ਨੂੰ ਅੱਗੇ ਵਧ ਰਹੀ ਆ, ਤੇ ਵਿੱਚ ਹੀ ਬਾਦਲਾਂ ਦੀਆਂ ਬੱਸਾਂ ਵੀ ਸ਼ਾਮਲ ਨੇ। ਇਹਨੂੰ ਕਿੱਦਾਂ ਦੇਖਿਆ ਜਾਵੇ? ਠੀਕ ਹੈ, ਪਰਮਿਟ ਰੱਦ ਕੀਤੇ ਜਾ ਰਹੇ ਨੇ ਜਾਂ ਉਹਨਾਂ ਤੇ ਕਾਰਵਾਈ ਹੋਣੀ ਹੈ, ਪਰ ਉਹਨਾਂ ਅਫਸਰਾਂ ਦਾ ਕੀ ਬਣੇਗਾ? ਉਸ ਮਹਿਕਮੇ ਦੇ ਕੀ ਮੰਤਰੀ ਦੇ ਉੱਤੇ ਵੀ ਗਾਜ ਡਿੱਗੇਗੀ ਕਿ ਭਾਈ ਤੁਹਾਡੇ ਹੁੰਦਿਆਂ ਤੁਸੀਂ ਟਰਾਂਸਪੋਰਟ ਮੰਤਰੀ ਰਹੇ, ਬੱਸਾਂ ਸੜਕ ਦੇ ਉੱਤੇ ਨਜਾਇਜ਼ ਘੁੰਮਦੀਆਂ ਰਹੀਆਂ? ਸੁਖਵਿੰਦਰ ਜੀ, ਇਹ ਬੜਾ ਵੱਡੀ ਗੱਲ ਹੈ ਇਹ, ਵੀ ਜਦੋਂ ਟਰਾਂਸਪੋਰਟ ਦੇ ਏਦਾਂ ਦੇ ਨਿਯਮ ਹੁੰਦੇ ਨੇ ਕੁਛ, ਇਹਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਣਾ, ਇੱਕ ਨਿਯਮ ਹੁੰਦਾ ਕਿ 24 ਕਿਲੋਮੀਟਰ ਦਾ ਆਪਣੇ ਪਰਮਿਟ ਦੇ ਵਿੱਚ ਵਾਧਾ ਕਰਵਾ ਸਕਦਾ ਕੋਈ, 24 ਕਿਲੋਮੀਟਰ ਅੱਗੇ ਤੱਕ ਵਾਧਾ ਕਰਵਾ ਸਕਦਾ, ਉਹ ਵੀ ਇੱਕ ਵਾਰ ਕਰਵਾ ਸਕਦਾ। ਲੇਕਿਨ ਕਈ ਬੱਸਾਂ ਦੇ ਏਦਾਂ ਦੇ ਪਰਮਿਟ ਬਣੇ ਨੇ ਜਿਹਨਾਂ ਨੇ ਇੱਕ ਵਾਰ ਨਹੀਂ 24 ਕਿਲੋਮੀਟਰ ਕਈ ਵਾਰ ਵਧਾ ਕੇ 100 150 ਕਿਲੋਮੀਟਰ ਵਧਾ ਦੇ ਪਰਮਿਟ। ਉਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੀ ਆ? ਤੇ ਕੋਰਟ ਦੇ ਵਿੱਚ ਜਾ ਕੇ ਖੜ ਕੇ ਫਿਰ ਉਹ ਦੇਖੋ, ਜੇ ਕਿਸੇ ਨੇ ਮਸਲਾ ਉਠਾਇਆ ਤੇ ਉਹ ਜਾ ਕੇ ਕੋਰਟ 'ਚ ਖੜ ਗਏ। ਹੁਣ ਕੋਰਟ ਦੇ ਵਿੱਚੋਂ ਵਾਪਸ ਲਈਆਂ ਨੇ ਅਰਜ਼ੀਆਂ ਉਹਨਾਂ ਨੇ। ਉਹ ਜਦੋਂ ਦੇਖਿਆ ਕਿ ਕੋਰਟ ਦੇ ਵਿੱਚੋਂ ਸਾਬਤ ਨਹੀਂ ਹੋ ਰਿਹਾ ਕੁਛ, ਮਾਮਲਾ ਕੋਰਟ 'ਚ ਸੀਗਾ ਇਹ ਅਸਲ 'ਚ,
ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ ਹਾਰ ਰਹੇ ਹਾਂ ਤੇ ਸਾਨੂੰ ਕੋਈ ਹੋਰ ਚੀਜ਼ ਜੁਰਮਾਨੇ ਵਗੈਰਾ ਜਾਂ ਹੋਰ ਸਜ਼ਾਵਾਂ ਵਗੈਰਾ ਦਾ ਨਾ ਸਾਹਮਣਾ ਕਰਨਾ ਪੈ ਜੇ ਸਾਨੂੰ ਕੋਈ, ਤਾਂ ਉਹਨਾਂ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ। ਉਹਦੇ ਤਹਿਤ ਇਹ ਸਾਰੀ ਕਾਰਵਾਈ ਜਿਹੜੀ ਹੈਗੀ ਉਹ ਚੱਲ ਰਹੀ ਹੈ। ਇਹਦੇ ਸਭ ਤੋਂ ਵੱਡਾ ਜਿਹੜਾ ਫ਼ਰਕ ਤੁਸੀਂ ਦੱਸਿਆ ਕਿ ਬਾਦਲਾਂ ਦੀਆਂ ਬੱਸਾਂ 150 ਬੱਸਾਂ ਦਾ ਵੀ ਜ਼ਿਕਰ ਆ ਰਿਹਾ ਕਿ ਦੇਖੋ ਤੁਸੀਂ, ਹੁਣ ਆਪਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਅਸੀਂ ਕਿ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਤੁਹਾਡੇ ਕੋਲ ਵੋਟਾਂ ਮੰਗਣ ਆਣਗੇ ਕਿ ਭਾਈ ਟਰਾਂਸਪੋਰਟ ਮੰਤਰੀ ਕਿਸ ਕੰਮ ਲਈ ਲਾਇਆ ਹੁੰਦਾ ਹੈ? ਕਿਹੜੀ ਸਰਕਾਰ ਦੇ ਵਿੱਚ ਟਰਾਂਸਪੋਰਟ ਮੰਤਰੀ ਨਹੀਂ ਹੁੰਦਾ, ਜਾਂ ਕਿਹੜੀ ਸਰਕਾਰ ਆ ਜਿਹੜੀ ਟਰਾਂਸਪੋਰਟ ਦਾ ਵਿਭਾਗ ਨਹੀਂ ਚਲਾਉਂਦੀ? ਤੇ ਉਹ ਫਿਰ ਕੰਮ ਕੀ ਕਰਦੇ ਨੇ ਜੇ ਇੰਨੀਆਂ ਆਪਾਂ ਕਹਿ ਲਓ ਕਿ ਇੰਨੀਆਂ ਬੇਨਿਯਮੀਆਂ ਹੋ ਜਾਂਦੀਆਂ ਨੇ। ਕੋਈ ਬੰਦਾ ਏਦਾਂ ਰੂਟ ਅੱਗੇ ਵਧਾਉਂਦਾ ਕਿਤੇ ਤੋਂ ਕਿਤੇ ਬੱਸਾਂ, ਨਜਾਇਜ਼ ਬੱਸਾਂ ਚਲਾਈ ਜਾਂਦਾ, ਇੱਕ ਪਰਮਿਟ ਦੇ ਉੱਤੇ 10-10 ਬੱਸਾਂ ਚੱਲੀ ਜਾਂਦੀਆਂ ਨੇ, ਤੇ ਉਹ ਕੌਣ ਦੇਖੇਗਾ? ਫਿਰ ਕਹਿੰਦੇ ਸਰਕਾਰੀ ਡਿਪਾਰਟਮੈਂਟ ਖਤਰੇ 'ਚ ਨੇ ਜੀ। ਸਰਕਾਰੀ ਡਿਪਾਰਟਮੈਂਟ ਨੂੰ ਆਪਾਂ ਕਹਿ ਲਓ ਕਿ ਇੱਕ ਚੂਨਾ ਲੱਗਿਆ ਜੀ, ਜਾਂ ਘਾਟੇ 'ਚ ਚੱਲ ਗਿਆ ਜੀ, ਤਨਖਾਹਾਂ ਨਹੀਂ ਮਿਲਦੀਆਂ ਜੀ। ਕਿੱਥੋਂ ਮਿਲਣਗੀਆਂ ਤਨਖਾਹਾਂ? ਜਿਹੜੇ ਵੱਡੇ ਰੂਟ ਨੇ 15-15 ਮਿੰਟ ਪ੍ਰਾਈਵੇਟ ਬੱਸਾਂ ਨੂੰ ਟਾਈਮ ਦਿਆ ਜਾਂਦਾ ਬੱਸ ਅੱਡੇ ਖੜਨ ਦਾ, ਤੇ ਸਰਕਾਰੀ ਬੱਸ ਕੋਲ 2 ਜਾਂ 3 ਮਿੰਟ ਹੁੰਦੇ ਨੇ। ਤੇ ਸਰਕਾਰੀ ਬੱਸ ਵੀ ਅੱਗੇ ਚਲੋ ਕਹਿਣਾ ਨਹੀਂ ਚਾਹੁੰਦਾ, ਬਹੁਤ ਸਾਰੇ ਏਦਾਂ ਦੇ ਹੁੰਦੇ ਨੇ ਜਿਹੜੇ ਪ੍ਰਾਈਵੇਟ ਬੱਸਾਂ ਨਾਲ ਹੱਥ ਮਿਲਾ ਲੈਂਦੇ ਨੇ। ਕੁਛ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿੰਦੇ, ਪਰ ਕੁਛ ਕੁ ਬੰਦੇ ਇਹੋ ਜਿਹੇ ਡਰਾਈਵਰ ਏਦਾਂ ਦੇ ਹੁੰਦੇ ਨੇ ਜਿਹੜੇ ਲਾਲਚ ਬਸ ਆ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਹੱਥ ਮਿਲਾ ਲੈਂਦੇ, ਉਹਨਾਂ ਦੇ ਮਗਰ ਰੱਖਦੇ ਨੇ ਕਿ ਸਵਾਰੀ ਨਾ ਚੜ੍ਹਦੀ, ਅੱਗੇ ਚੱਕਦਾ ਜਾਵੇ ਪ੍ਰਾਈਵੇਟ ਵਾਲਾ, ਪਿੱਛੇ ਅਸੀਂ ਰਹੀਏ। ਤੇ ਸਰਕਾਰੀ ਬੱਸਾਂ ਦਾ ਹਾਲ ਦੇਖ ਲਓ ਤੁਸੀਂ, ਪ੍ਰਾਈਵੇਟ ਬੱਸਾਂ ਦਾ ਹਾਲ ਦੇਖ ਲਓ, ਉਹਨਾਂ ਦੇ ਮੁਕਾਬਲੇ ਸਰਕਾਰੀ ਬੱਸਾਂ ਦੇ ਹਾਲ ਦੇਖ ਲਓ। ਨਵੀਆਂ ਪਾ ਦਿੰਦੇ ਤੇ ਡਰਾਈਵਰ ਭੰਨ ਛੱਡ ਦਿੰਦੇ ਨੇ ਉਹਨੂੰ, ਤੇ ਫਿਰ ਕਹਿੰਦੇ ਨੇ ਸਾਨੂੰ ਸਰਕਾਰ ਤਨਖਾਹ ਨਹੀਂ ਦੇ ਰਹੀ। ਨਾ ਤਾਂ ਮੰਤਰੀ ਨੂੰ ਪੁੱਛਣਾ ਕਿਸੇ ਨੇ ਕਿ ਭਾਈ ਟਰਾਂਸਪੋਰਟ ਨੀਤੀ ਹੈ ਕੀ ਹੈ, ਇਹ ਬੱਸਾਂ ਓਦਾਂ ਤਨਖਾਹ ਨਾ ਮਿਲੇ, ਮੁਲਾਜ਼ਮ ਵੀ ਆ ਕੇ ਸੜਕਾਂ ਤੇ ਬੈਠ ਜਾਂਦੇ ਨੇ ਸਰਕਾਰੀ ਬੱਸਾਂ ਦੇ। ਤੇ ਜੇ ਇਹਨਾਂ ਨੂੰ ਪੁੱਛੇ ਭਾਈ ਇਹ ਬੱਸਾਂ ਨਜਾਇਜ਼ ਚੱਲਦੀਆਂ, ਤੁਹਾਨੂੰ ਤਾਂ ਪਤਾ ਨਜਾਇਜ਼ ਬੱਸਾਂ ਕਿਹੜੀਆਂ ਚੱਲ ਰਹੀਆਂ ਨੇ, ਕਿਵੇਂ ਪਰਮਿਟ, ਕਿਵੇਂ ਰੂਟ ਚੱਲ ਰਹੇ ਨੇ, ਤੁਹਾਨੂੰ ਕਿਵੇਂ ਚੂਨਾ ਲੱਗ ਰਿਹਾ, ਤੁਹਾਡੀਆਂ ਤਨਖਾਹਾਂ ਇੱਥੋਂ ਨਿਕਲਦੀਆਂ ਨੇ, ਘਾਟੇ 'ਚ ਜਾ ਰਿਹਾ PRTC। ਤੇ ਫਿਰ ਤੁਸੀਂ ਉਹਨਾਂ ਦੇ ਵਿਰੁੱਧ ਤੁਸੀਂ ਕਿਉਂ ਨਹੀਂ ਕਰਦੇ ਬਈ? ਤੁਸੀਂ ਵੀ ਆਉਣਾ ਚਾਹੀਦਾ ਅੱਗੇ, ਤੁਹਾਨੂੰ ਟਰਾਂਸਪੋਰਟ ਮੰਤਰੀ ਦੇ ਘਰਾਓ ਕਰੋ, ਤੁਸੀਂ ਬੱਸਾਂ ਸੜਕਾਂ ਜਾਮ ਤੁਸੀਂ ਕਰ ਲਓ ਕਿ ਆਹ ਰੂਟ ਚੱਲਦੇ ਨੇ, ਉਹ ਵੀ ਅਵੇਸਲੇ ਹੁੰਦੇ ਨੇ। ਜਾਣੀ ਕਿ ਕਹਿ ਲਓ ਕਿ ਉੱਤੋਂ ਲੈ ਕੇ ਥੱਲੇ ਤੱਕ ਸਾਰਾ ਸਿਸਟਮ ਇਨਵੋਲਵ ਹੁੰਦਾ ਸੁਖਵਿੰਦਰ ਜੀ। ਆਪਾਂ ਐਂ ਨਹੀਂ ਕਹਿੰਦੇ ਕਿ ਜਿਹੜੀ ਮਿਲੀ ਭੁਗਤ ਹੁੰਦੀ ਹੈ ਉਹ ਕਿਸੇ ਇੱਕ ਥਾਂ ਤੇ ਹੁੰਦੀ ਹੈ, ਸਾਰੇ ਹੀ ਮਿਲੇ ਹੁੰਦੇ ਨੇ। ਜਦੋਂ ਜਦੋਂ ਕੋਈ ਇੱਕ ਸੁਹਿਰਦ ਯੂਨਿਟ ਕਹਿ ਲਓ, ਕੋਈ ਇੱਕ ਧੜਾ ਕਹਿ ਲਓ, ਉਸ ਖੇਤਰ ਨਾਲ ਸੰਬੰਧਿਤ ਜਦੋਂ ਇਕਜੁੱਟ ਹੋ ਜੇ, ਫਿਰ ਸਰਕਾਰਾਂ ਦਬਦੀਆਂ ਨੇ। ਫਿਰ ਸਰਕਾਰਾਂ ਨੂੰ ਉਹਨਾਂ ਦੇ ਪੱਖ ਤੇ ਫੈਸਲੇ ਲੈਣੇ ਪੈਂਦੇ ਨੇ। ਪਰ ਇੱਥੇ ਸਾਰਾ ਕੁਛ ਆਵਾਜ਼ ਉੱਤੇ, ਹਰ ਇੱਕ ਕਹਿੰਦਾ ਮੈਂ ਕੀ ਲੈਣਾ, ਮੈਨੂੰ ਤਨਖਾਹ ਆਉਂਦੀ ਹੈ ਬਹੁਤ ਆ, ਬਾਕੀ ਕੋਈ ਮਰੇ ਕੋਈ ਜੀਵੇ। ਪੈਨਸ਼ਨਾਂ ਨਹੀਂ ਦਈਆਂ ਜਾਂਦੀਆਂ, ਇਹ ਬੱਸਾਂ ਵਾਲੇ ਖਾ ਰਹੇ ਨੇ, ਪ੍ਰਾਈਵੇਟ ਬੱਸਾਂ ਵਾਲੇ। ਹੋਰ ਤੁਸੀਂ ਦੇਖਿਆ ਹੀ ਆ, ਉੱਪਰੋਂ ਥੱਲੇ ਭਰਾਈਆਂ ਜਾਂਦੀਆਂ ਨੇ ਸਰਕਾਰੀ ਬੱਸਾਂ ਦੇ ਡੱਬੇ ਖਾਲੀ। ਇਹ ਰੂਟ ਇਹਨਾਂ ਦੇ ਜਿਹੜੇ ਆਹ ਸਰਕਾਰੀ ਬੱਸਾਂ ਦੇ ਨੇ ਉਹ ਨਹੀਂ ਦਿੱਤੇ ਜਾਂਦੇ, ਸਰਕਾਰੀ ਬੱਸਾਂ ਨਹੀਂ ਲਾਈਆਂ ਜਾਂਦੀਆਂ ਉੱਥੇ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ। ਵੱਡੇ ਰੂਟ ਨੇ ਸਾਰੇ ਲੰਬੇ, ਚੰਡੀਗੜ੍ਹ ਤੋਂ ਡੱਬ ਵਾਲੀ ਉੱਧਰੋਂ, ਸਾਰੇ ਜਿਹੜੇ ਲੰਬੇ ਰੂਟ ਨੇ ਸਾਰੀਆਂ ਪ੍ਰਾਈਵੇਟ ਬੱਸਾਂ ਵੱਡਿਆਂ ਘਰਾਣਿਆਂ ਦੀਆਂ ਚੱਲ ਰਹੀਆਂ ਨੇ। ਇਹਨਾਂ 'ਚ ਤੁਸੀਂ ਦੱਸਿਆ ਹੀ ਹੈ ਕਿ ਬਾਦਲ ਪਰਿਵਾਰ ਨਾਲ ਸੰਬੰਧਿਤ ਜੇ ਕੋਈ ਬੱਸ ਟਰਾਂਸਪੋਰਟ ਕੰਪਨੀ ਹੈਗੀ ਹੈ ਜਿਹੜੀ, ਉਹਨੂੰ ਸਭ ਤੋਂ ਵੱਧ ਫਾਇਦਾ ਹੋਇਆ, ਤੇ ਅੱਜ ਤੱਕ ਫਾਇਦਾ ਲੈ ਰਹੀ ਆ ਉਹ, ਚਾਹੇ ਸਰਕਾਰਾਂ ਬਦਲੀਆਂ ਚਾਹੇ ਉਹਨਾਂ ਦੀ ਆਪਦੀ ਰਹੀ। ਤੇ ਪ੍ਰਾਈਵੇਟ ਅੱਜ ਬੱਸਾਂ ਦੇ ਖਿਲਾਫ ਬੋਲਦੇ ਹੀ ਨੇ, ਆਹ ਜਿਹੜੇ ਵਿਰੋਧੀ ਧਿਰ ਦੇ ਹੁੰਦੇ ਨੇ, ਵਿਰੋਧੀ ਪਾਰਟੀਆਂ ਦੇ ਹੁੰਦੇ ਨੇ, ਬਿਆਨਬਾਜ਼ੀ ਕਰਕੇ ਅਖਬਾਰਾਂ 'ਚ ਦੂਜੇ ਦਿਨ ਚੁੱਪ ਕਰ ਜਾਂਦੇ ਨੇ। ਇਹ ਕੋਰਟਾਂ 'ਚ ਜਾ ਕੇ ਖੜ ਸਕਦੇ ਨੇ, ਇਹਨਾਂ ਕੋਲ ਕੀ ਨਹੀਂ ਹੁੰਦਾ। ਲੇਕਿਨ ਕਰਨ ਵਾਲਾ ਕੋਈ ਚਾਹੀਦਾ ਜਿਹੜਾ ਕਰੇ ਵੀ ਹਾਂ ਅਸੀਂ ਸੱਚੀ ਮੁੱਚੀ ਕਰਨਾ ਜਾਣਦੇ ਹਾਂ। ਹੁਣ ਕੋਰਟ ਦੇ ਵੱਲੋਂ ਲੱਗਿਆ ਜਾ ਰਿਹਾ ਕਿ ਕੋਰਟ ਫੈਸਲਾ ਨਾ ਦੇ ਦੇਵੇ ਕੋਈ, ਪ੍ਰਾਈਵੇਟ ਬੱਸਾਂ ਉਹਨਾਂ ਨੇ ਐਪਲੀਕੇਸ਼ਨਾਂ ਵਾਪਸ ਲੈਣੀਆਂ ਤੇ ਕਾਰਵਾਈ ਕਰਨ ਦਾ ਜਿਹੜਾ ਹੈਗਾ ਹੁਣ ਅੱਗੇ ਪ੍ਰੋਸੈਸ ਤੁਰ ਗਿਆ। ਬਾਕੀ ਇਹ ਦੇਖਦੇ ਕਿ ਕਿੰਨੇ ਦਿਨ ਤੱਕ ਇਹ ਰਹਿੰਦਾ ਹੈ ਪ੍ਰੋਸੈਸ, ਕਿੰਨੇ ਦਿਨ ਬੱਸਾਂ ਜਿਹੜੀਆਂ ਬੰਦ ਰਹਿੰਦੀਆਂ ਨੇ। ਨਹੀਂ ਤਾਂ ਨਜਾਇਜ਼ ਚੈਕਿੰਗ ਵਾਲਾ ਸਟਾਫ ਲੱਗ ਗਿਆ ਸੁਖਵਿੰਦਰ ਜੀ। ਤੁਸੀਂ ਦੇਖੋ, ਇੱਕ ਹੋਰ ਦੇਖੋ ਗੱਲ ਵੱਡੀ, ਚੈਕਿੰਗ ਸਟਾਫ ਵੀ ਤੁਰਿਆ ਫਿਰਦਾ ਸਰਕਾਰੀ, ਜਿਹੜਾ ਚੈੱਕ ਕਰੇ ਕਿ ਬੱਸਾਂ ਠੀਕ ਚੱਲਦੀਆਂ ਨੇ, ਪ੍ਰਾਈਵੇਟ ਬੱਸਾਂ ਕਿਹੜੀਆਂ ਨੇ ਤੇ ਕਿਹੜੇ ਕੀ ਉਹਨਾਂ ਕੋਲ ਰੂਟ ਹੈਗੇ ਨੇ, ਕੀ ਪਰਮਿਟ ਹੈਗੇ ਨੇ ਜਿੱਥੇ ਤੁਰੀਆਂ ਫਿਰਦੀਆਂ ਨੇ ਸੜਕਾਂ ਤੇ। ਕੋਈ ਸੂਈ ਤਾਂ ਹੈ ਨਹੀਂ ਜਿਹੜੀ ਦਿਖਦੀ ਨਹੀਂ ਕਿਸੇ ਨੂੰ। ਯਾਨੀ ਕਿ ਕਹਿ ਲਓ ਕਿ ਉੱਪਰੋਂ ਥੱਲੇ ਤੱਕ ਸਭ ਜਿਹੜਾ ਆਪਾਂ ਕਹਿ ਲਓ ਕਿ ਹੱਥ ਮਿਲਿਆ ਹੁੰਦਾ ਤੇ ਕੱਲੇ ਨੂੰ ਜਾ ਰਿਹਾ ਹੁੰਦਾ, ਹਫ਼ਤਾ ਮਹੀਨਾ ਜੋ ਵੀ ਹੈਗਾ
ਉਹਦੇ ਕਰਕੇ ਹੀ ਆਹ ਸਾਰਾ ਕੁਝ ਹੁੰਦਾ, ਖੇਡ ਰਚਿਆ ਜਾਂਦਾ ਜੀ। ਇਹਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ, ਕਹਿੰਦੇ ਸੀਬੀਆਈ ਜਾਂਚ ਕਰਨ ਲੱਗੀ ਹੈ ਘੁਟਾਲੇ ਦੀ, ਜਿਹੜਾ ਸਾਧੂ ਸਿੰਘ ਧਰਮਸੋਤ ਦਾ ਨਾਮ ਲੈ ਕੇ ਪੰਜਾਬ ਦੇ ਵਿੱਚ ਜੁੜਿਆ ਹੋਇਆ। ਪਰ ਮੈਨੂੰ ਲੱਗਦਾ ਨਹੀਂ, ਇਹਨਾਂ ਨੇ ਇਧਰੋਂ ਇਲਜ਼ਾਮਬਾਜ਼ੀ ਸ਼ੁਰੂ ਹੋ ਜਾਣੀ ਹੈ। ਉਹ ਕਹਿਣਗੇ ਕਿ ਕੇਂਦਰ ਦੀ ਜਾਂਚ ਏਜੰਸੀ ਹੈ ਜੀ, ਇਹ ਤਾਂ ਬਦਲਾ ਲੈ ਕੇ ਬਦਲਾਖੋਰੀ ਨੀਤੀ ਦੇ ਤਹਿਤ ਸਾਡੇ ਖਿਲਾਫ ਜਾਂਚ ਕਰਨੀ ਹੈ ਇਹਨਾਂ ਨੇ। ਫੰਡ ਵੀ ਤਾਂ ਕੇਂਦਰ ਹੀ ਭੇਜਦਾ ਹੈ, ਜਾਂਚ ਵੀ ਉਹਦੇ ਕੋਲ ਜਾਣੀ ਚਾਹੀਦੀ ਹੈ। ਫਿਰ 303 ਕਰੋੜ ਰੁਪਇਆ ਜਿਹੜਾ ਹੈਗਾ ਉਹ ਫੰਡ ਜਾਰੀ ਹੋਇਆ, ਜਿਹਦੇ ਵਿੱਚੋਂ 63 ਕਰੋੜ 91 ਲੱਖ ਰੁਪਇਆ ਜਿਹੜਾ ਹੈਗਾ ਉਹ ਘੁਟਾਲੇ ਦੇ ਵਿੱਚ ਕਹਿੰਦੇ ਉਹ ਘੁਟਾਲਾ ਹੋ ਗਿਆ ਉਸਦਾ। ਕੁਝ ਵਿਦਿਅਕ ਅਦਾਰੇ ਇਹੋ ਜਿਹੇ ਸੀ ਜਿੱਥੇ ਮਤਲਬ ਵਿਦਿਆਰਥੀ ਹੈ ਹੀ ਨਹੀਂ ਸੀ, ਜਾਂ ਜਿਨ੍ਹਾਂ ਤੋਂ ਪੈਸੇ ਲੈਣੇ ਬਣਦੇ ਸੀ 8-8 ਕਰੋੜ, ਉੱਥੇ ਹੋਰ ਜਾਰੀ ਕਰ ਦਿੱਤੇ, ਡਬਲ ਪੈਸਾ ਉਹਨਾਂ ਨੂੰ ਜਾਰੀ ਕਰ ਦਿੱਤਾ ਗਿਆ। ਤੇ ਉਹ ਚੀਜ਼ਾਂ ਹੁਣ ਸਮਝ ਤੋਂ ਬਾਹਰ ਨੇ ਕਿ ਕਿਵੇਂ ਹੋ ਜਾਣਾ। ਕਿਰਪਾ ਸ਼ੰਕਰ ਸਰੋਜ ਜਿਹੜੇ ਹੈਗੇ ਨੇ ਐਡੀਸ਼ਨਲ ਚੀਫ ਸੈਕਟਰੀ ਸੀਗੀ, ਉਹਨਾਂ ਨੇ ਆਪਣੀ ਰਿਪੋਰਟ ਤੇ ਬਕਾਇਦਾ ਤੌਰ ਤੇ ਸਬਮਿਟ ਕੀਤੀ ਹੈ ਸਰਕਾਰ ਕੋਲ, ਜਿਹਦੇ ਵਿੱਚ ਮੰਤਰੀ ਦਾ ਵੀ ਨਾਮ ਸ਼ਾਮਲ ਹੈਗਾ। ਤੇ ਉਹ ਤੋਂ ਬਾਅਦ ਜਿਹੜੀ ਹੈਗੀ ਹੈ ਰਿਪੋਰਟ, ਇਹ ਵਿਨੀ ਮਹਾਜਨ ਜਿਹੜੇ ਹੈਗੇ ਨੇ ਹੁਣ ਚੀਫ ਸੈਕਟਰੀ, ਉਹਨਾਂ ਨੂੰ ਦਿੱਤੀ ਗਈ, ਉਹਨਾਂ ਕੋਲ ਸਰਕਾਰ ਨੇ ਭੇਜੀ। ਹਾਲਾਂਕਿ ਉਹ ਰਿਪੋਰਟ ਜਨਤਕ ਨਹੀਂ ਹੋਈ, ਲੇਕਿਨ ਫਿਰ ਵੀ ਕਹਿੰਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਹੈ। ਹੁਣ ਇਹ ਪਤਾ ਨਹੀਂ ਇਹ ਕਿਵੇਂ, ਕਿਹੜੇ ਬੇਸ ਤੇ ਦਿੱਤੀ ਹੈ। ਜਾਂਚ ਵੀ ਪੂਰੀ ਨਹੀਂ, ਜਾਂਚ ਜਨਤਕ ਵੀ ਨਹੀਂ ਹੋਈ, ਹਾਲੇ ਰਿਪੋਰਟ ਵੀ ਨਹੀਂ ਜਨਤਕ ਹੋਈ, ਕੀ ਹੋਇਆ ਕੀ ਨਹੀਂ ਹੋਇਆ, ਕਿੱਥੇ ਕਮੀ ਪੇਸ਼ੀ ਰਹਿ ਗਈ ਸਮਝਣ ਚ ਕਿ ਭਾਈ ਘੁਟਾਲਾ ਨਹੀਂ ਹੋਇਆ। ਇਹ ਤਾਂ ਆਹ ਗੱਲ ਸੀਗੀ, ਇਹਦੇ ਨਾਲ ਲੱਗਿਆ ਕਿ ਘੁਟਾਲਾ ਹੋਇਆ। ਉਹ ਸਾਰਾ ਕੁਝ ਹੀ ਸਾਹਮਣੇ ਆਉਣਾ ਚਾਹੀਦਾ, ਜਨਤਾ ਦੇ ਸਾਹਮਣੇ ਆਉਣਾ ਚਾਹੀਦਾ ਕਿ ਜੇ ਹੋਇਆ ਤਾਂ ਆਹ ਹੈ। ਕਲੀਨ ਚਿੱਟ ਕਿਹੜੇ ਬੇਸਿਸ ਤੇ, ਕਿਹੜੇ ਆਧਾਰ ਤੇ ਦਿੱਤੀ ਗਈ ਹੈ, ਉਹ ਵੀ ਸਾਹਮਣੇ ਆਉਣੇ ਚਾਹੀਦੇ ਤੱਥ। ਜੇ ਘੁਟਾਲਾ ਹੋਇਆ ਤਾਂ ਰਿਪੋਰਟ ਜਨਤਕ ਕਰੋ। ਕਿਰਪਾ ਸ਼ੰਕਰ ਸਰੋਜ ਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ। ਸਗੋਂ ਜੇ ਉਹ ਏਦਾਂ ਪੰਜਾਬ ਦਾ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਕੋਲ ਜਾਣਾ ਸੀ, ਗਰੀਬ ਵਿਦਿਆਰਥੀਆਂ ਕੋਲ, ਜਿਨ੍ਹਾਂ ਦਾ ਭਵਿੱਖ ਸੰਵਰਨਾ ਸੀ ਉਸ ਪੈਸੇ ਨਾਲ, ਤੇ ਜੇ ਹੁਣ ਉਹ ਪੈਸਾ ਉਹਨਾਂ ਕੋਲ ਨਹੀਂ ਪਹੁੰਚਿਆ, ਉਹਨਾਂ ਦਾ ਭਵਿੱਖ ਦਾਅ ਤੇ ਲੱਗਿਆ ਹੈ, ਤੇ ਜੇ ਉਹਨਾਂ ਨੇ ਚੱਕਿਆ ਘਪਲਾ ਇਹ ਕਿ ਹਾਂ ਭਾਈ ਘਪਲਾ ਹੋਇਆ ਇਹ, ਤੇ ਗਰੀਬ ਬੱਚਿਆਂ ਦਾ ਭਵਿੱਖ ਦਾ ਮਾਮਲਾ ਸੀਗਾ, ਤੇ ਤੁਸੀਂ ਆਪ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਸੀ ਕਿ ਦੱਸੋ ਭਾਈ ਕਿਵੇਂ ਘਪਲਾ ਹੋਇਆ, ਆਪਾਂ ਇਹਦੀ ਜਾਂਚ ਕਰਕੇ ਬਣਦੇ ਜਿਹੜੇ ਬੰਦੇ ਨੇ, ਉਹ ਜਿਹੜੇ ਦੋਸ਼ੀ ਸਾਬਤ ਹੁੰਦੇ ਨੇ, ਕਿਤੇ ਉਹਨਾਂ ਨੂੰ ਸਜ਼ਾਵਾਂ ਲਾਈਏ ਤਾਂ ਕਿ ਅੱਗੇ ਨੂੰ ਇਦਾਂ ਨਾ ਹੋਵੇ। ਤੇ ਹੁਣ ਸੀਬੀਆਈ ਕੋਲ ਜੇ ਗਈ ਹੈ, ਜੇ ਇਦਾਂ ਦਾ ਬਹਾਨਾ ਲਾਉਣਗੇ ਕਿ ਸੀਬੀਆਈ ਤਾਂ ਸੈਂਟਰ ਦੇ ਅੰਡਰ ਹੁੰਦੀ ਹੈ ਤੇ ਸੈਂਟਰ ਇਦਾਂ ਬਦਲੇਖੋਰੀ, ਕਾਹਦੇ ਬਦਲੇਖੋਰੀ ਹੈ ਜੀ? ਤੁਸੀਂ ਦਿਓ ਰਿਪੋਰਟ, ਹਿਸਾਬ ਕਿਤਾਬ ਦੇ ਦਿਓ, ਤੁਸੀਂ ਜਨਤਕ ਕਰ ਦਿਓ ਹਿਸਾਬ ਕਿਤਾਬ ਵੀ ਆ ਗਿਆ ਭਾਈ, ਇਦਾਂ ਪੈਸਾ ਗਿਆ, ਦੇਖੋ ਸਾਰਾ ਕੁਝ ਪਿਆ ਡਿਟੇਲ ਚ ਪਈਆਂ ਨੇ, ਸਭ ਕੁਝ ਡਿਟੇਲ ਹੁੰਦਾ। ਜਿਨ੍ਹਾਂ ਲੋਕਾਂ ਨੂੰ ਪੈਸਾ ਗਿਆ ਉਹ ਆਣਗੇ ਨਹੀਂ ਵੀ ਸਾਨੂੰ ਇੰਨਾ ਪੈਸਾ ਆਇਆ, ਹਾਂ ਸਾਡੀ ਫੀਸਾਂ ਭਰੀਆਂ ਗਈਆਂ, ਕਾਲਜਾਂ ਦੇ ਵਿੱਚ ਰਿਕਾਰਡ ਨਹੀਂ ਹੋਊਗਾ ਪੋਸਟ ਮੈਟ੍ਰਿਕ ਵਜ਼ੀਫੇ ਸਕਾਲਰਸ਼ਿਪ ਦੇ ਤਹਿਤ ਇਹਨਾਂ ਦੀਆਂ ਫੀਸਾਂ ਜਮ੍ਹਾਂ ਹੋਈਆਂ ਨੇ, ਉਹ ਰਿਕਾਰਡ ਨਹੀਂ ਹੋਊਗਾ ਉਹਨਾਂ ਕੋਲ, ਕਾਲਜ ਕੋਲ। ਜਿਨ੍ਹਾਂ ਦੀ ਫੀਸ ਭਰੀ ਗਈ ਕੀ ਉਹ ਹੈ ਨਹੀਂ? ਹੁਣ ਬੱਚੇ ਕਿੱਥੇ ਚਲੇ ਗਏ? ਉਹਨਾਂ ਦੇ ਰਿਕਾਰਡ ਨਾਮ ਨਸ਼ਰ ਕਰਨ, ਯਾਨੀ ਕਿ ਕਰਨ ਵਾਲਾ ਜੇ ਹੋਵੇ ਬੰਦਾ, ਜੇ ਪਤਾ ਲੱਗਦਾ ਕਿ ਮੇਰੇ ਤੇ ਇਲਜ਼ਾਮ ਲੱਗ ਰਹੇ ਹੈ, ਤਾਂ ਬੰਦਾ ਹਰ ਇੱਕ ਚੀਜ਼ ਕਰ ਲੈਂਦਾ। ਇਹਨਾਂ ਕੋਲ ਸਾਰਾ ਕੁਝ ਤਾਂ ਹੈਗਾ, ਪ੍ਰਸ਼ਾਸਨ ਇਹਨਾਂ ਦੇ ਅੰਡਰ ਹੈ, ਕੱਲੀ ਚੀਜ਼ ਕੱਢ ਲਿਆਉਣਗੇ। ਤੇ ਜੇ ਭਾਈ ਘੁਟਾਲਾ ਹੋਇਆ ਤੇ ਸੀਬੀਆਈ ਤਾਂ ਹੁਣ ਪੋਤੜੇ ਫਰੋਲੂਗੀ ਨਾ, ਫਿਰ ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ। ਬਿਲਕੁਲ। ਜਿਹੜਾ ਪੰਜਾਬ ਦੇ ਵਿੱਚ ਆਪਾਂ ਧੜੇਬੰਦੀ ਦੀ ਗੱਲ ਕਰਦੇ ਆ, ਸਿੱਧੂ ਸਾਹਿਬ ਦੇ ਆਉਣ ਤੋਂ ਬਾਅਦ ਕੰਮ ਤਾਂ ਜਿਹੜੇ ਨੇ ਉਹ ਆਪਣੀ ਰਫ਼ਤਾਰ ਫੜ ਚੁੱਕੇ ਨੇ, ਪਰ ਇਹਦੇ ਵਿਚਾਲੇ ਇੱਕ ਜਿਹੜੀ ਵਫਾਦਾਰੀ ਹੁੰਦੀ ਹੈ, ਕੋਈ ਸਿੱਧੂ ਸਾਹਿਬ ਨਾਲ ਵਫਾਦਾਰੀ ਨਿਭਾ ਰਿਹਾ, ਕੋਈ ਕੈਪਟਨ ਸਾਹਿਬ ਨਾਲ ਨਿਭਾ ਰਿਹਾ। ਅੰਮ੍ਰਿਤਸਰ ਵਾਲੀ ਸੀਟ ਜਿਹੜੀ ਹੈ ਨਵਜੋਤ ਸਿੱਧੂ ਦੀ, ਉਹਨੂੰ ਲੈ ਕੇ ਹੁਣ ਚਰਚਾ ਹੋ ਰਹੀ ਹੈ ਕਿ ਸਿੱਧੂ ਸਾਹਿਬ ਨੇ ਤਾਂ ਪਟਿਆਲੇ ਡੇਰੇ ਲਾਲੇ, ਅੰਮ੍ਰਿਤਸਰ ਦੀ ਸੀਟ ਤੇ ਕੈਪਟਨ ਦਾ ਧੜਾ, ਜਿਹੜੇ ਉੱਥੋਂ ਦੇ ਮੇਅਰ ਨੇ ਜਾਂ ਹੋਰ ਨੇ ਕੈਪਟਨ ਸਾਹਿਬ ਦੇ ਨਜ਼ਦੀਕੀ ਨੇ, ਉਹਨਾਂ ਨੇ ਕਾਫੀ ਉਧਰ ਹਲਚਲ ਆਪਣੀ ਵਧਾ ਦਿੱਤੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਨਵਜੋਤ ਸਿੱਧੂ ਤਾਂ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਕਾਂਗਰਸ ਦੇ ਪੈਰ ਲਾਉਣਾ ਚਾਹੁੰਦੇ ਨੇ ਦੁਆਰ ਤੋਂ ਫੇਰ, ਪਰ ਇੱਧਰ ਦੂਜੇ ਬੰਨੇ ਉਹਨਾਂ ਦੀ ਆਪਣੀ ਸੀਟ ਜਿਹੜੀ ਹੈ ਉਹ ਆਪਣਿਆਂ ਦੇ ਨਿਸ਼ਾਨੇ ਤੇ ਆ ਗਈ ਹੈ? ਨਹੀਂ, ਉਹ ਤਾਂ ਜਿੱਦਾਂ ਆਪਾਂ ਕਹਿ ਲਓ, ਫੇਰ ਮੈਂ ਉਹੀ ਗੱਲ ਕਰੂੰਗਾ ਕਿ ਜਿੱਦਾਂ ਪਲਾਨ ਕੀਤਾ ਹੋਇਆ ਹੁੰਦਾ, ਕੋਈ ਨਾਟਕ ਖੇਡਿਆ ਜਾ ਰਿਹਾ ਹੁੰਦਾ, ਉਵੇਂ ਚੱਲ ਰਿਹਾ। ਇਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੋਣਾ ਨਹੀਂ, ਤੁਹਾਡੇ ਸਾਹਮਣੇ ਹੀ ਹੈ। ਸਮਾਂ ਪਾ ਕੇ ਸਭ ਕੁਝ ਲੋਕਾਂ ਦੇ ਸਾਹਮਣੇ ਆ ਜਾਣਾ ਕਿ ਕੀ ਹੋਇਆ, ਕਿੱਦਾਂ ਦਾ। ਬਸ ਇੰਨਾ ਕੁ ਹੈ, ਸਾਡੇ ਲੋਕ ਭੁੱਲ ਜਾਂਦੇ ਆ, ਹੋਰ ਕੋਈ ਫਰਕ ਨਹੀਂ ਹੈਗਾ। ਬਾਕੀ ਸਾਰਾ ਕੁਝ ਤਾਂ ਸਾਹਮਣੇ ਆ ਜਾਂਦਾ ਸਮੇਂ ਦੇ ਨਾਲ ਨਾਲ, ਹਰ ਇੱਕ ਚੀਜ਼ ਸਾਹਮਣੇ ਆ ਜਾਂਦੀ ਹੈ। ਇਹ ਸਾਰਾ ਕੁਝ ਪ੍ਰੀ ਪਲਾਨਡ ਹੈਗਾ, ਇਹਦਾ ਕਰਿਆ ਹੋਇਆ ਸਭ ਕੁਝ ਹੈਗਾ। ਏਦਾਂ ਚੱਲਣਾ, ਇਹਨਾਂ ਨੇ ਚੱਲੀ ਜਾਣਗੇ।
ਤੇ ਦੂਜੀ ਗੱਲ ਰਹੀ ਜਿੱਦਾਂ ਦਿਖਾਉਣ ਦੇ ਵਿੱਚ ਆਪਾਂ ਕਹਿ ਰਹੀਏ ਕਿ ਹੁਣ ਦਿਖਾਇਆ ਕੀ ਜਾ ਰਿਹਾ ਕਿ ਇਦਾਂ ਆਪਸੀ ਦੁਸ਼ਮਣੀ ਤਾਂ ਦਿਖਾਉਣੀ ਓ ਪੈਣੀ ਹੈ ਤੇ ਉਹ ਦਿਖਾਇਆ ਜਾ ਰਿਹਾ ਤੇ ਉਹ ਇਹ ਵੀ ਹੈਗਾ ਕਿ ਅੰਮ੍ਰਿਤਸਰ ਦੇ ਵਿੱਚ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਮੈਂ ਅੰਮ੍ਰਿਤਸਰ ਛੱਡਦਾ ਨਹੀਂ ਕਦੇ। ਠੀਕ ਹੈ ਤੇ ਹੁਣ ਉਹ ਛੱਡਣ ਦੀ ਤਿਆਰੀ ਵੀ ਜੇ ਹੋ ਜਾਂਦੀ ਹੈ ਤਾਂ ਦੂਜਾ ਬੰਦਾ ਤਾਂ ਐਡਜਸਟ ਹੋਣਾ ਹੀ ਹੈ। ਉਹ ਦੂਜਾ ਬੰਦਾ ਜਿਹੜਾ ਕੈਪਟਨ ਦੇ ਖੇਮੇ ਦਾ ਉਹ ਕਹਿੰਦਾ ਮੈਂ ਆਪਣੇ ਪੈਰ ਜਮਾਣਾ ਫਿਰ ਕਿਉਂ ਨਾ ਜਮਾਵਾਂ। ਜੇ ਛੱਡਣ ਨੂੰ ਤਿਆਰ ਹੈ ਉਹ ਪਟਿਆਲੇ ਆਉਣ ਨੂੰ ਵੀ ਤਿਆਰ ਬੈਠੇ ਆ ਨਵਜੋਤ ਸਿੰਘ ਸਿੱਧੂ ਤੇ ਸ਼ਾਇਦ ਪਟਿਆਲੇ ਆ ਕੇ ਜਿੱਤ ਲਵੇ ਕੋਈ ਸੀਟ। ਤੇ ਏਦਾਂ ਮਤਲਬ ਹਰ ਇੱਕ ਬੰਦਾ ਥਾਂ ਦਾ ਭਾਲਦਾ ਹੀ ਹੈ ਨਾ ਆਪਣੇ ਪੈਰ ਜਮਾਉਣ ਨੂੰ। ਤੋਂ ਉੱਧਰ ਦੂਜੇ ਪਾਸੇ ਜੇ ਕੈਪਟਨ ਦੀ ਗੱਲ ਕਰੀਏ ਤਾਂ ਕੈਪਟਨ ਆਪਣੇ ਧੜੇ ਵਾਲੇ ਬੰਦਿਆਂ ਨੂੰ ਸਰਗਰਮ ਤਾਂ ਕਰਨਗੇ ਹੀ। ਕੱਲ ਨੂੰ ਇਦਾਂ ਦੀ ਕੋਈ ਗੱਲ ਨਾ ਹੋਵੇ ਜੇ ਆਪਾਂ ਮੰਨ ਲਈਏ 1% ਵੀ ਜੇ ਸੱਚੀ ਮੁੱਚੀ ਇਹ ਸਾਰਾ ਕੁਝ ਹੈਗਾ ਹੈ ਤਾਂ ਹਰ ਇੱਕ ਬੰਦਾ ਆਪਣਾ ਧੜਾ ਦਾ ਵੱਡਾ ਕਰਦਾ ਹੀ ਆ। ਕੱਲ ਨੂੰ ਕਿਤੇ ਜਿਹੜਾ ਪ੍ਰਸ਼ਾਂਤ ਕਿਸ਼ੋਰ ਆ ਉਹ ਇਹ ਨਾ ਕਹਿ ਦੇਵੇ ਕਿ ਕੈਪਟਨ ਖੇਮੇ ਜੇ ਬੰਦੇ ਘੱਟ ਹੀ ਨੇ ਸਿੱਧੂ ਨੂੰ ਸੀਐਮ ਬਣਾ ਦਿਓ ਜੀ। ਤੇ ਉਹ ਫਿਰ ਧੜਾ ਦਾ ਵੱਡਾ ਦਿਖਾਉਣਾ ਪੈਂਦਾ। ਹਾਈ ਕਮਾਂਡ ਕੋਲ ਆਪਣੀ ਮਜ਼ਬੂਤੀ ਤਾਂ ਦਿਖਾਉਣੀ ਪਊਗੀ। ਉਹ ਚੀਜ਼ ਜਿਹੜੀ ਹੈਗੀ ਹੈ ਕਿਉਂਕਿ ਜਿੱਤਣਾ ਹੈ। ਕਾਂਗਰਸ ਚਾਹੁੰਦੀ ਹੈ ਕਿ ਅਸੀਂ ਦੁਬਾਰਾ ਸਰਕਾਰ ਬਣਾਈਏ। ਕਰਿਆ ਕੁਛ ਨਹੀਂ, ਕਿਸੇ ਨੇ ਵੀ ਨਹੀਂ ਕਰਿਆ, ਨਾ ਕਰਨਾ ਕਿਸੇ ਨੇ ਵੀ। ਗੱਲ ਪੱਕੀ ਹੈ। ਪੰਜਾਬ ਦਾ ਕੁਝ ਸੌਰਨਾ ਨਹੀਂ, ਇਹ ਤੁਹਾਡੇ ਸਾਹਮਣੇ ਹੀ ਆ। ਪਰ ਹਰ ਇੱਕ ਬੰਦਾ ਚਾਹੁੰਦਾ ਕਿ ਕੁਰਸੀ ਮੈਨੂੰ ਮਿਲ ਜੇ, ਮੈਂ ਟੌਪ ਤੇ ਜਾ ਕੇ ਬੈਠ ਜਾ, ਬਾਕੀ ਗੱਲਾਂ ਬਾਅਦ ਦੀਆਂ। ਵੇਖੋ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਹਾਈ ਕਮਾਂਡ ਤੋਂ ਬਿਨਾਂ ਪੰਜਾਬ ਕਾਂਗਰਸ ਦੇ ਵਿੱਚ ਪੱਤਾ ਨਹੀਂ ਹਿੱਲਦਾ। ਉਹ ਅੱਜ ਵੀ ਹੈ। ਸਾਰੇ ਹੀ ਕਹਿ ਰਹੇ ਨੇ ਕਿ ਹਾਈ ਕਮਾਂਡ ਜੋ ਕਰੇਗੀ ਠੀਕ ਕਰੇਗੀ, ਉਹਦੇ ਕਹੇ ਅਨੁਸਾਰ ਚੱਲਾਂਗੇ। ਚਾਹੇ ਸਿੱਧੂ ਹੈ, ਚਾਹੇ ਕੈਪਟਨ ਹੈ, ਚਾਹੇ ਕੋਈ ਹੋਰ ਹੈ। 1 2 3 ਕੋਈ ਹੈ। ਉਹ ਸਾਰੇ ਹੁਣ ਜਿੱਦਾਂ ਜਿੱਦਾਂ ਹਾਈ ਕਮਾਂਡ ਕਹਿ ਰਹੀ ਉਦਾਂ ਉਦਾਂ ਤੁਰ ਰਹੇ ਨੇ। ਅੱਗੇ ਵੀ ਉਹਨਾਂ ਨੇ ਐਵੇਂ ਹੀ ਤੁਰਨਾ। ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਆਹ ਬੰਦੇ ਪੰਜਾਬ ਦਾ ਭਲਾ ਕਰ ਦੇਣਗੇ। ਪੰਜਾਬ ਦਾ ਭਲਾ ਇਹਨਾਂ ਕੋਲ ਨਹੀਂ। ਕਈ ਲੋਕ ਸਵਾਲ ਕਰਦੇ ਨੇ ਕਿ ਭਾਈ ਤੁਸੀਂ ਸਿੱਧੂ ਨੂੰ ਵੀ ਕਹਿ ਦਿੰਦੇ ਹੋ ਮਾੜਾ ਆ, ਕੈਪਟਨ ਵੀ ਮਾੜਾ ਹੈ, ਫਲਾਣਾ ਵੀ ਮਾੜਾ, ਢਿੰਗੜਾ ਵੀ। ਫਿਰ ਬੰਦੇ ਕੌਣ ਲੈ ਕੇ ਆਈਏ, ਕਿਹਨੂੰ ਪਾਈਏ ਵੋਟਾਂ? ਕਹਿੰਦੇ ਤੁਸੀਂ ਦੱਸ ਦਿਓ। ਅਸੀਂ ਥੋੜ੍ਹੀ ਦੱਸਣਾ। ਆਹੀ ਤਾਂ ਭੁੱਲ ਹੈ ਤੁਹਾਡੀ। ਤੁਸੀਂ ਲੋਕਾਂ ਤੋਂ ਪੁੱਛਦੇ ਹੋ, ਤੁਸੀਂ ਪੋਲੀਟੀਸ਼ੀਅਨਾਂ ਤੋਂ ਪੁੱਛਦੇ ਹੋ, ਤੁਸੀਂ ਪੋਲੀਟੀਸ਼ੀਅਨਾਂ ਦੇ ਪਿੱਛੇ ਲੱਗ ਜਾਂਦੇ ਹੋ। ਤੁਸੀਂ ਆਪਣੇ ਹਲਕਿਆਂ ਦੇ ਵਿੱਚੋਂ ਬੰਦਾ ਕੱਢੋ ਜਿਹੜਾ ਬਹੁਤ ਵਧੀਆ ਬੰਦਾ ਹੈ, ਪੜ੍ਹਿਆ ਲਿਖਿਆ ਬੰਦਾ ਹੈ, ਪੰਜਾਬ ਲਈ ਕੰਮ ਕਰ ਸਕਦਾ ਹੈ, ਲੇਕਿਨ ਵਿਚਾਰਾ ਬੈਠਾ ਹੈ ਘਰੇ। ਵਿਦਵਾਨ ਹੈ, ਬੁੱਧੀਜੀਵੀ ਹੈ, ਕੋਈ ਆਰਥਿਕ ਮਾਹਰ ਹੈ, ਕੋਈ ਖੇਤੀਬਾੜੀ ਮਾਹਰ ਹੈ, ਕੋਈ ਕਿਸੇ ਉਹਦੇ 'ਚ ਮਾਹਰ ਹੈ। ਉਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆਓ ਫੜ ਕੇ ਆਪਣੇ ਹਲਕਿਆਂ 'ਚ ਕਿ ਆਓ ਅਸੀਂ ਤੁਹਾਨੂੰ ਜਿਤਾਉਂਦੇ ਹਾਂ। ਤੁਸੀਂ ਪਾਰਟੀਆਂ ਦੇ ਮਗਰ ਪੂੰਛ ਚੱਕੀ ਫਿਰਦੇ ਹੋ, ਫਿਰ ਉਹਦਾ ਫਾਇਦਾ ਕੋਈ ਨਹੀਂ ਨਾ ਹੋਣਾ। ਉਹਦਾ ਨੁਕਸਾਨ ਕਰਨਗੇ ਤੁਹਾਡਾ, ਜਿਵੇਂ ਹੁਣ ਤੱਕ ਹੋਇਆ ਹੀ ਹੈ ਨੁਕਸਾਨ, ਅੱਗੇ ਵੀ ਨੁਕਸਾਨ ਕਰਨਗੇ ਤੁਹਾਡਾ। ਉਹੀ ਚੀਜ਼ਾਂ ਸਾਰੀਆਂ ਚੱਲੀ ਜਾਂਦੀਆਂ ਨੇ। ਪਲੈਨਡ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਮਗਰ ਪੰਜਾਬ ਦੇ ਲੋਕ ਲੱਗ ਜਾਂਦੇ ਨੇ, ਭਰੋਸਾ ਕਰ ਲੈਂਦੇ ਨੇ, ਬਾਰ-ਬਾਰ ਭਰੋਸਾ ਕਰ ਦਿੰਦੇ ਨੇ। ਤੇ ਇਹ ਬੰਦੇ ਇੱਕ ਥਾਂ ਤੋਂ ਛੱਡ ਕੇ ਦੂਜੀ ਥਾਂ ਤੋਂ ਛੱਡ ਕੇ ਤੀਜੀ। ਹੁਣ ਕਾਂਗਰਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕੋਈ ਕਿਹੜੇ ਪਾਸੇ, ਕੋਈ ਬਟਾਲੇ ਵਾਲੇ ਪਾਸੇ ਫਿਰਦਾ ਹੈ, ਕਹਿੰਦਾ ਮੈਂ ਉੱਥੋਂ ਲੜੂੰਗਾ। ਜਦੋਂ ਲੱਗਦਾ ਕਿ ਮੈਨੂੰ ਇਸ ਹਲਕੇ ਦੇ ਵਿੱਚੋਂ ਕੁਝ ਮਿਲਣਾ ਨਹੀਂ, ਮੈਂ ਕੀਤਾ ਕੱਖ ਨਹੀਂ, ਫਿਰ ਦੂਜੇ ਪਾਸੇ ਨੂੰ ਭੱਜ ਲੈਂਦੇ ਕਿ ਉਹ ਹਲਕਾ ਚੇਂਜ, ਹਲਕਾ ਬਦਲ ਦਿਓ ਜੀ। ਹਲਕਾ ਬਦਲ ਰਿਹਾ, ਹਲਕਾ ਨਹੀਂ ਬਦਲ ਰਿਹਾ, ਪਾਰਟੀ ਬਦਲ ਦਿੰਦੇ ਕਿ ਸਾਨੂੰ ਤਾਂ ਜੀ ਪਾਰਟੀ ਨੇ ਕੰਮ ਹੀ ਨਹੀਂ ਕਰਨ ਦਿਆ, ਕੀਤਾ ਕੁਛ ਆਪ ਨਹੀਂ ਹੁੰਦਾ। ਇਹ ਸਾਰਾ ਕੁਝ ਇਹਨਾਂ ਦਾ ਮਿਲੀ ਭੁਗਤੇ ਹੁੰਦੀਆਂ ਨੇ ਆਪਸੀ ਕਿ ਕਿਸੇ ਤਰ੍ਹਾਂ ਸਾਨੂੰ ਐਮਐਲਏ ਦੀ ਸੀਟ ਨਾ ਸਾਡੇ ਚ ਖੁੰਝ ਜੇ, ਅਸੀਂ ਜਿੱਤ ਕੇ ਬੈਠੇ ਰਹੀਏ ਬਸ। ਬਾਕੀ ਲੋਕਾਂ ਦਾ ਕੀ ਹੈ, ਲੋਕਾਂ ਨੇ ਤਾਂ ਅਗਲੇ 2 ਸਾਲਾਂ ਨੂੰ ਭੁੱਲ ਜਾਣਾ। ਫਿਰ ਤੇ 5ਵੇਂ ਸਾਲ ਜਾ ਕੇ ਹੱਥ ਜੋੜ ਲਾਂਗੇ। ਪਰ ਇੰਨਾ ਕੁ ਫਰਕ ਹੁੰਦਾ ਸੁਖਵਿੰਦਰ ਜੀ। ਆਖਰੀ ਖਬਰ ਕਿਸਾਨਾਂ ਨਾਲ ਜੁੜੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਭਾਰਤ ਆਏ ਹੋਏ ਨੇ। ਉਹਨਾਂ ਨੇ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਹੈ, ਉਧਰਲੇ ਪਾਸੇ ਪਾਰਲੀਮੈਂਟ ਵੀ ਚੱਲ ਰਹੀ ਹੈ, ਇੱਧਰ ਲੋਕਾਂ ਦੀ ਆਵਾਜ਼ ਦੀ ਗੱਲ ਹੋ ਰਹੀ ਹੈ। ਇਹਨੂੰ ਸਾਰਿਆਂ ਨੂੰ ਕਿੱਦਾਂ ਦੇਖਦੇ? ਬਿਲਕੁਲ। ਉਹ ਜਿਹੜਾ ਐਂਟਨੀ ਬਲਿੰਕਨ ਹੈਗਾ, ਉਹ ਵਿਦੇਸ਼ ਮੰਤਰੀ, ਉਹ ਭਾਰਤ ਦੇ ਦੌਰੇ ਤੇ। ਉਹਨਾਂ ਨੇ ਗੱਲ ਕੀਤੀ ਵੀ ਇਹੀ ਹੈ ਕਿ ਜੇ ਕੋਈ ਆਪਣੀ ਗੱਲ ਸਰਕਾਰ ਕੋਲ ਕਰਨੀ ਚਾਹੁੰਦਾ ਤਾਂ ਉਹਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਪੂਰੇ ਆਪਣੇ ਵਿਚਾਰ ਰੱਖਣ ਦੀ। ਉਹਦੇ ਤੇ ਕੋਈ ਸਖਤੀ ਜਾਂ ਉਹਦੇ ਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ। ਉਹਨੇ ਆਪਣੇ ਦੇਸ਼ ਦੀ ਗੱਲ ਕਰਦਿਆਂ ਵੀ ਇਹ ਗੱਲ ਕੀਤੀ ਹੈ ਕਿ ਸਾਡਾ ਵੀ ਸਿਧਾਂਤਕ ਜਿਹੜਾ ਆਧਾਰ ਇਹੀ ਆ, ਔਰ ਲੋਕਤੰਤਰਿਕ ਜਿਹੜੇ ਦੇਸ਼ ਨੇ ਉਹਨਾਂ ਦਾ ਵੀ ਸਿਧਾਂਤਕ ਆਧਾਰ ਇਹੀ ਬਣਦਾ ਹੈ ਕਿ ਜਿਹੜੇ ਲੋਕ ਨੇ, ਉਹ ਲੋਕ ਆਵਾਜ਼ ਹੁੰਦੇ ਆ ਜਿਹੜੀ, ਉਹਨੂੰ ਦਬਾਉਣਾ ਨਹੀਂ ਚਾਹੀਦਾ, ਉਹਦੀ ਗੱਲ ਸੁਣਨੀ ਚਾਹੀਦੀ। ਤੇ ਹੁਣ ਉਹਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੀ ਅਸਰ ਹੁੰਦਾ ਹੈ ਕਿ ਉਹਨਾਂ ਦੇ ਬਿਆਨ ਨੂੰ, ਕਿਉਂਕਿ ਉੱਦਾਂ ਬਹੁਤ ਜ਼ਿਆਦਾ ਬਾਹਰਲੇ ਦੇਸ਼ਾਂ 'ਚ ਘੁੰਮ ਘੰਮ ਕੇ ਵੀ ਆਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਜਾਂ ਹੋਰਨਾਂ ਦੇਸ਼ਾਂ ਦੇ ਕੰਮਾਂ ਕਾਰਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ, ਲੱਤ ਫਸਾਉਣ ਦੀ ਵੀ ਆਦਤ ਹੁੰਦੀ ਹੈ, ਤਾਂ ਉਹ ਵੀ ਹੈਗੀ ਹੈ। ਉਹ ਤੋਂ ਵੀ ਪਿੱਛੇ ਨਹੀਂ ਹਟਦੇ। ਪਰ ਇੱਦਾਂ ਦੇ ਬਿਆਨ ਜਿਹੜੇ ਲੋਕ ਹਿੱਤਾਂ ਦੇ ਲਈ ਹੁੰਦੇ ਨੇ, ਲੋਕ ਹਿੱਤਾਂ ਦੇ
ਰਾਖੇ ਬਣਦੇ ਨੇ, ਬਿਆਨ ਹੋਣ ਜਾਂ ਕੋਈ ਬੰਦੇ ਹੋਣ, ਉਹਨਾਂ ਦੀ ਗੱਲ ਸੁਣਨੀ ਜਾਂ ਉਹਨਾਂ ਬਿਆਨਾਂ ਨੂੰ ਧਿਆਨ ਨਾਲ ਸੁਣ ਕੇ ਉਹਨਾਂ ਤੇ ਅਮਲ ਕਰਨਾ, ਜਾਂ ਸੱਚੀ ਮੁੱਚੀ ਇਹ ਸੋਚਣਾ ਕਿ ਸਾਡੇ ਦੇਸ਼ ਦਾ ਵੀ ਕਿਤੇ ਨਾ ਕਿਤੇ ਆਧਾਰ ਬਣਦਾ ਹੈ, ਸਾਡੇ ਦੇਸ਼ ਦਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ, ਅਸੀਂ ਵੀ ਸਰਕਾਰ 'ਚ ਬੈਠੇ ਹਾਂ, ਸਾਨੂੰ ਵੀ ਲੋਕ ਆਵਾਜ਼ ਸੁਣਨੀ ਚਾਹੀਦੀ ਹੈ। ਉਹ ਤੇ ਅਮਲ ਕਰਨਾ ਕਿੰਨਾ ਕੁ ਸੋਚਿਆ ਜਾਂਦਾ ਅਮਲ ਕਰਨ ਬਾਰੇ, ਇਹ ਤਾਂ ਹੁਣ ਕਹਿ ਸਕਦੇ ਆਪਾਂ ਕਿ ਜੇ ਸੱਚੀ ਮੁੱਚੀ ਉਹ ਦਿੱਲੀ ਦੇ ਬਾਰਡਰ ਤੇ ਬੈਠਿਆਂ ਦੀ ਸੁਣ ਲੈਣਗੇ, ਹੋ ਸਕਦਾ ਆਪਾਂ ਸਮਝਾਂਗੇ ਕਿ ਕੋਈ ਅਸਰ ਹੋਇਆ। ਪਰ ਏਦਾਂ ਦੀ ਸਰਕਾਰ, ਮੈਂ ਕਹਿ ਸਕਦਾ ਕਿ ਏਦਾਂ ਦੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਹਮੇਸ਼ਾ ਹੀ ਅਣਗੌਲੇ ਕਰਦੀ ਆਈ ਹੈ। ਔਰ ਭਾਜਪਾ ਦਾ ਜਿਹੜੀ ਭਾਜਪਾ ਦੀ ਸਰਕਾਰ ਹੈ, ਇਹਦਾ ਦੇਸ਼ ਭਰ ਦੇ ਵਿੱਚ ਦੇਖੋ ਤੁਸੀਂ ਵਿਰੋਧ ਤਾਂ ਹੋ ਹੀ ਰਿਹਾ, ਚਾਹੇ ਕਿਸਾਨੀ ਮੁੱਦਿਆਂ ਕਰਕੇ ਹੋ ਰਿਹਾ, ਚਾਹੇ ਮਹਿੰਗਾਈ ਕਰਕੇ ਹੋ ਰਿਹਾ, ਚਾਹੇ ਦੇਸ਼ ਦੀਆਂ ਜਿਹੜੀਆਂ ਹੋਰ ਪੁਰਾਤਨ ਕਹਿ ਲਓ ਜਾਂ ਇਮਾਰਤਾਂ ਜਾਂ ਕੋਈ ਪੁਰਾਤਨ ਵਿਰਾਸਤ ਜੋ ਵੀ ਹੈਗੀ ਹੈ ਇਹਨਾਂ ਨੇ ਵੇਚੀ ਹੈ, ਚਾਹੇ ਅਦਾਰੇ ਵੇਚਤੇ ਹਨਾ, ਚਾਹੇ ਕੁਛ ਵੀ ਕੀਤਾ, ਲੇਕਿਨ ਉਹ ਭੰਡਿਆ ਜਾ ਰਿਹਾ ਉਸ ਸਰਕਾਰ ਨੂੰ। ਫਿਰ ਵੀ ਸਰਕਾਰ ਦੇ ਜਿਹੜੇ ਸੋਹਲੇ ਗਾਏ ਜਾ ਰਹੇ ਨੇ, ਹੈਰਾਨੀ ਦੀ ਗੱਲ ਹੈ। ਹੁਣ ਸਿਆਸੀ ਪਾਰਟੀਆਂ ਨੂੰ ਵੀ ਸੋਚਣਾ ਪੈ ਰਿਹਾ ਕਿ ਅਸੀਂ ਇਕੱਠੇ ਹੋ ਜਾਈਏ। ਜਿਵੇਂ ਮਮਤਾ ਬੈਨਰਜੀ ਵੀ ਤੁਸੀਂ ਦੇਖਿਆ ਹੀ ਹੈ ਕਿ ਕੋਸ਼ਿਸ਼ ਕਰ ਰਹੀ ਹੈ ਇੱਕ ਵਾਰ ਦੁਬਾਰਾ ਫੇਰ ਜਿਹੜਾ ਖੇਲਾ ਹੋਵੇ ਦਾ ਗੱਲ ਕਰ ਰਹੀ ਹੈ ਉਹ, ਕਿ ਕਹਿੰਦੇ ਅੱਛੇ ਦਿਨ ਬਥੇਰੇ ਦੇਖ ਲਏ, ਹੁਣ ਸੱਚੇ ਦਿਨ ਦੇਖਣੇ। ਪਰ ਉਹਦੇ ਰਾਹ ਦੇ ਵਿੱਚ ਵੀ ਕਈ ਰੋੜੇ ਨੇ। ਪ੍ਰਧਾਨ ਮੰਤਰੀ ਜੀ ਆਪਾਂ ਸੋਚੀਏ ਕਿਸੇ ਤਰੀਕੇ ਨਾਲ 1% ਮੰਨ ਕੇ ਚੱਲੀਏ ਕਿ ਜੇ ਕਿਤੇ ਇਕੱਠੇ ਹੋ ਜਾਣ ਸਾਰੀਆਂ ਪਾਰਟੀਆਂ ਭਾਜਪਾ ਨੂੰ ਹਟਾਉਣ ਦੇ ਮਾਮਲੇ ਦੇ ਵਿੱਚ, ਤਾਂ ਫਿਰ ਵੀ ਉਹਨਾਂ ਦੇ ਆਪਣੇ ਬੰਦੇ ਕੀ ਕਿਤੇ ਨਾ ਕਿਤੇ ਜਾ ਕੇ ਮਮਤਾ ਬੈਨਰਜੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਉਹ 3-4 ਬੰਦੇ ਏਦਾਂ ਦੇ ਹੋਣਗੇ ਜਿਹੜੇ ਬੰਦੇ ਨੂੰ ਢਾਹ ਲਾਉਣਗੇ। ਪਹਿਲਾਂ ਲੋਕ ਸਭਾ ਚੋਣਾਂ ਵੇਲੇ ਵੀ ਕੀਤਾ। ਆਪਾਂ ਗੱਲ ਇਹ ਕਰਦੇ ਸੀਗੇ, ਲੋਕਾਂ ਦੀ ਆਵਾਜ਼ ਨਾ ਸੁਣਨ ਵਾਲੀ ਐਸੀ ਸਰਕਾਰ ਬੈਠੀ ਹੈ ਸੱਤਾ ਦੇ ਵਿੱਚ ਭਾਰਤ ਦੀ ਚ, ਕਿ ਜਿਨ੍ਹਾਂ ਦੇ ਬਾਰੇ ਪੋਲੀਟੀਕਲ ਪਾਰਟੀਆਂ ਵੀ ਸੋਚਣ ਲਈ ਮਜਬੂਰ ਹੋ ਰਹੀਆਂ ਨੇ। ਲੇਕਿਨ ਲੋਕਾਂ ਦੇ ਵਿੱਚ ਜਿਹੜੇ ਭਗਤ ਨੇ ਜਾਂ ਕਹਿ ਲਓ ਜਾਂ ਜਿਹੜੇ ਉਹਨਾਂ ਦੇ ਆਪਦੇ ਬੰਦੇ ਨੇ, ਉਹ ਇੰਨੀਆਂ ਕੁ ਸੋਹਲੇ ਗਾ ਰਹੇ ਨੇ ਲੋਕ ਉਸ ਭਾਜਪਾ ਸਰਕਾਰ ਦੇ, ਕਿ ਇਹ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਭਾਜਪਾ ਜੋ ਕਰ ਰਹੀ ਹੈ ਸਹੀ ਕਰ ਰਹੀ ਹੈ, ਭਾਜਪਾ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ। ਇਹ ਪਤਾ ਨਹੀਂ ਫੰਡਾ ਇਹ ਕੀ ਹੈ, ਕਿ ਕਿਵੇਂ ਲੋਕਾਂ ਦੀ ਸਮਝ ਤੋਂ ਬਾਹਰ ਹੈ ਇਹ ਗੱਲ, ਵੀ ਕਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਏਦਾਂ ਦੀ ਗੱਲ ਬੈਠ ਰਹੀ ਹੈ ਕਿ ਜਦੋਂ ਕਿ ਸਾਰਾ ਕੁਝ ਸਾਹਮਣੇ ਆ ਰਿਹਾ ਹੈ। ਕਰੋਨਾ ਕਾਲ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ, ਗੱਡੀ ਤਰਾਸਦੀ ਵਰਤੀ ਹੈ, ਤੇ ਉਹ ਸਾਰਾ ਕੁਝ ਭੁੱਲ ਭੁਲਾ ਕੇ ਲੋਕ ਫਿਰ ਅੱਗੇ ਹੀ ਆ ਰਿਹਾ। ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਮਤੇ ਪਏ, ਪਾਰਲੀਮੈਂਟਾਂ 'ਚ ਸੰਸਦਾਂ 'ਚ ਪਏ ਨੇ, ਸਾਰਾ ਕੁਝ ਅਣਗੌਲਿਆਂ ਕੀਤਾ ਜਾ ਰਿਹਾ ਹੈ। ਮੀਡੀਆ ਸਾਰਾ ਨਾਲ ਲੱਗਿਆ ਹੋਇਆ ਹੈ, ਕਹਿ ਸਕਦੇ ਹਾਂ ਆਪਾਂ, ਤੇ ਲੋਕ ਸਾਰੇ ਪਿੱਛੇ ਲਾਉਣ ਲਈ ਏਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਤੋ ਇਹਨਾਂ ਬਿਆਨਾਂ ਦਾ ਬਹੁਤਾ ਜ਼ਿਆਦਾ ਕੋਈ ਅਸਰ ਸ਼ਾਇਦ ਹੀ ਹੋਵੇ ਜੇ ਸਰਕਾਰ ਸੁਣ ਲਵੇ ਕਿਤੇ ਤਾਂ। ਬਿਲਕੁਲ ਜੀ, ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ। ਤੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।